ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਹੈਰੀਟੇਜ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਪਰਮਿੰਦਰ ਸਿੰਘ ਰਾਏਪੁਰ। ਅੱਜ ਅਸੀਂ ਗੱਲ ਕਰਾਂਗੇ, ਜਿੱਦਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਨਸ਼ੇ ਬਾਰੇ ਗੱਲ ਹੋਈ ਸੀ ਕਿ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਜੋ ਅਫਵਾਹਾਂ ਕਹਿ ਲਓ, ਜਾਣਕਾਰੀਹੀਣ ਤੱਥ ਕਹਿ ਲਓ, ਤੱਥਾਂਹੀਣ ਜਾਣਕਾਰੀ ਕਹਿ ਲਓ, ਕੁਛ ਵੀ ਕਹਿ ਸਕਦੇ ਆਪਾਂ ਇਹਨਾਂ ਨੂੰ, ਉਹ ਫੈਲਾਈ ਗਈ, ਗੱਲਾਂ ਫੈਲਾਈਆਂ ਗਈਆਂ, ਇੱਕ ਦੂਜੇ ਦੇ ਮੂੰਹ ਦੇ ਵਿੱਚ ਪਾ ਕੇ ਗੱਲ ਕੀਤੀ ਗਈ, ਰਾਜਨੀਤੀ ਹੋਈ, ਉਹ ਸਾਰਾ ਕੁਛ ਅਸੀਂ ਗੱਲ ਪਹਿਲਾਂ ਕੀਤੀ ਵੀ ਹੈਗੀ ਹੈ। ਅੱਜ ਅਸੀਂ ਦੁਬਾਰਾ ਇਸ ਮੁੱਦੇ ਤੇ ਗੱਲ ਕਰਾਂਗੇ, ਅੱਗੇ ਹੋਰ ਇਸ ਨੂੰ ਖੋਲ੍ਹਣ ਦਾ ਯਤਨ ਕਰਾਂਗੇ, ਪਰਤਾਂ ਇਹਦੀਆਂ ਖੋਲਾਂਗੇ ਕਿ ਕੀ ਸੱਚੀ ਮੁੱਚੀ ਪੰਜਾਬ ਦੇ ਵਿੱਚ ਜੋ ਗੱਲਾਂ ਫੈਲਾਈਆਂ ਗਈਆਂ, ਅਫਵਾਹਾਂ ਫੈਲਾਈਆਂ ਗਈਆਂ, ਉਹਨਾਂ ਦੇ ਵਿੱਚ ਕਿੰਨੀ ਸੱਚਾਈ ਸੀ। ਕੀ ਸੱਚੀ ਮੁੱਚੀ ਪੰਜਾਬ ਦੇ ਵਿੱਚ ਇੰਨਾ ਨਸ਼ਾ ਵਰਤ ਰਿਹਾ, ਜਾਂ ਪੰਜਾਬੀ ਇੰਨੇ ਨਸ਼ੇ ਦੀ ਇੰਨੇ ਵਰਤੋਂ ਕਰਦੇ ਹਨ ਦੇ ਕੇ ਉਹਨਾਂ ਨੂੰ ਪੰਜਾਬ ਨੂੰ ਭਾਰਤ ਦੇ ਪਹਿਲੇ ਸਥਾਨ ਤੇ ਲਿਆ ਕੇ ਖੜਾ ਕੀਤਾ ਗਿਆ, ਜਾਂ 80% ਦੇ ਕਿਹਾ ਗਿਆ 80% ਨੌਜਵਾਨ ਨੇ ਜਿਹੜੇ ਉਹ ਨਸ਼ਾ ਕਰਦੇ ਨੇ ਪੰਜਾਬ ਦੇ। ਤਾਂ ਉਹ ਸਾਰੀਆਂ ਪਰਤਾਂ ਖੋਲ੍ਹਣ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਪ੍ਰੋਫੈਸਰ ਰਣਵਿੰਦਰ ਸਿੰਘ ਜੀ ਸੰਧੂ। ਉਹ ਅੱਜ ਇਸ ਬਾਬਤ ਗੱਲ ਕਰਨਗੇ ਕਿਉਂਕਿ ਉਹਨਾਂ ਨੇ ਬਕਾਇਦਾ ਤੌਰ ਤੇ ਸਟੱਡੀ ਕੀਤੀ ਆ, ਬਕਾਇਦਾ ਤੌਰ ਤੇ ਸਰਚ ਕੀਤੀ ਹੈ, ਬੁੱਕ ਲਿਖੀ ਹੈ। ਤੁਹਾਨੂੰ ਪਿਛਲੇ ਐਪੀਸੋਡ 'ਚ ਅਸੀਂ ਦੱਸ ਵੀ ਚੁੱਕੇ ਹਾਂ। ਅੰਕੜਿਆਂ ਸਹਿਤ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਉਣਗੇ। ਸਵਾਗਤ ਕਰਦੇ ਹਾਂ ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ ਪੰਜਾਬੀ ਹੈਰੀਟੇਜ ਚੈਨਲ 'ਚ। ਹਾਂਜੀ, ਥੈਂਕ ਯੂ ਜੀ। ਪ੍ਰੋਫੈਸਰ ਸਾਹਿਬ, ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿੱਦਾਂ ਪੰਜਾਬ ਦੇ ਵਿੱਚ ਨਸ਼ੇ ਦੇ, ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਪਿਛਲੇ ਐਪੀਸੋਡ 'ਚ ਕਿ ਨਸ਼ੇ ਦੀ ਸੱਚਾਈ ਕੁਛ ਹੋਰ ਸੀ ਤੇ ਗੱਲਾਂ ਹੋਰ ਕੀਤੀਆਂ ਗਈਆਂ। ਅੱਜ ਪਹਿਲਾਂ ਅਸੀਂ ਕਾਰਨ ਜਾਣਨੇ ਚਾਹਾਂਗੇ ਕਿ ਪੰਜਾਬ ਵਿੱਚ ਜਿਹੜੀ ਨਸ਼ਾ ਖੋਰੀ ਹੈਗੀ ਆ, ਇਹਨੂੰ ਬਦਨਾਮ ਕਰਨ ਦੇ ਪਿੱਛੇ ਪੰਜਾਬ ਨੂੰ ਕੀ ਕਾਰਨ ਰਹੇ ਨੇ, ਕਿੱਦਾਂ ਇਹਨੂੰ ਕਹਿ ਲਓ ਕਿ ਇੱਕ ਯੋਜਨਾਬੱਧ ਤਰੀਕੇ ਨਾਲ ਬਦਨਾਮ ਕੀਤਾ ਗਿਆ ਪੰਜਾਬ ਨੂੰ। ਇਹ ਇੱਕ ਜਿਹੜੀ ਨਸ਼ੇ ਦੀ ਸਮੱਸਿਆ ਹੈ ਨਾ, ਇਹ ਬੜੀ ਸੀਕ੍ਰੇਟਸ ਦਾ ਟਾਈਪ ਦੀ ਸਟੱਡੀ ਹੈਗੀਆਂ ਇਹਦੇ 'ਚ, ਅਤੇ ਇਹਦੇ 'ਚ ਕੋਈ ਪਹਿਲਾਂ ਬਹੁਤ ਜ਼ਿਆਦਾ ਇਹਦੇ ਸਟੱਡੀਜ਼ ਨਹੀਂ ਹੈਗੀਆਂ, ਅਤੇ ਜਿਹੜੀਆਂ ਵੀ ਸਟੱਡੀ ਸੀਗੀਆਂ ਉਹ ਇੱਕੇ ਦੁੱਕੇ ਸੀਗੀਆਂ, ਅਤੇ ਉਹਨਾਂ ਕਰਕੇ ਇਹਦੇ ਵਾਸਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਅਤੇ ਜਦੋਂ ਮੈਂ 2006 'ਚ ਆਪਣਾ ਅਧਿਐਨ ਕੀਤਾ ਪੰਜਾਬ ਦੇ ਡਰੱਗ ਐਡਿਕਟਸ ਦਾ, ਤਾਂ ਉਹਦੇ 'ਚੋਂ ਮੇਰੀ ਜਿਹੜੀ ਸਟੱਡੀ ਸੀਗੀ ਉਹਨੂੰ ਮਿਸਕੋਟ ਕਰਤਾ ਸੀਗਾ। ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਵੀ ਮੈਂ ਐਡਿਕਟਸ ਦੀ ਸਟੱਡੀ ਕੀਤੀ ਸੀ, ਉਹਨਾਂ ਨੇ ਸਾਰੀ ਪਾਪੂਲੇਸ਼ਨ 'ਤੇ ਲਾਤਾ ਸੀਗਾ ਵੀ 73.5% ਜਿਹੜੇ ਯੂਥ ਹੈ ਉਹ ਡਰੱਗ ਨੂੰ ਹੁਕਡ ਹੈ, ਜਿਹਦੇ 'ਚ ਕਿ ਉਹ ਰਾਹੁਲ ਗਾਂਧੀ ਦੀ ਸਟੇਟਮੈਂਟ ਤੋਂ ਬਾਅਦ ਜ਼ਿਆਦਾ ਰੌਲਾ ਪਿਆ, 2012 ਤੋਂ ਬਾਅਦ ਰੌਲਾ ਪਿਆ। ਅਤੇ ਉਦੋਂ ਬਾਅਦ ਪ੍ਰਿੰਟ ਮੀਡੀਆ ਨੇ ਵੀ ਇਸ ਗੱਲ ਨੂੰ ਚੱਕ ਲਿਆ, ਅਤੇ ਆਪਣਾ ਡਿਜੀਟਲ ਮੀਡੀਆ ਨੇ ਵੀ ਚੱਕ ਲਿਆ, ਅਤੇ ਉਹ ਪੰਜਾਬ ਨੂੰ ਇੱਕ ਐਜ਼ ਏ ਬਦਨਾਮ ਸਟੇਟ ਡਿਕਲੇਅਰ ਕਰਤਾ, ਜਿਵੇਂ ਕਿ ਇੱਥੇ ਹਰੇਕ ਬੰਦਾ ਨਸ਼ਈ ਤੁਰਿਆ ਫਿਰਦਾ ਹੈ। ਇਸੇ ਬੇਸਿਸ 'ਤੇ ਉਹ ਉੜਤਾ ਪੰਜਾਬ ਬਣੀ ਸੀ, ਅਤੇ ਉਹ ਲੋਕਾਂ ਨੇ ਲਾਈਕ ਵੀ ਬਹੁਤ ਕੀਤੀ। ਅਤੇ ਮੈਂ ਵੀ ਕਈ ਥਾਂ ਜਦੋਂ ਯੂਨੀਵਰਸਿਟੀ ਦੀ ਸੇਵਾ 'ਚ ਸੀਗਾ, ਬਾਹਰ ਲੈਕਚਰ ਕਰਨ ਜਾਂਦਾ ਸੀ, ਅਤੇ ਮੈਨੂੰ ਮਹਾਰਾਸ਼ਟਰ ਜਾਂ ਹੋਰ ਦੂਜੀਆਂ ਸਟੇਟਾਂ 'ਚ, ਤਾਂ ਉੱਥੇ ਜਾ ਕੇ ਇਹ ਪੁੱਛਦੇ ਸੀ ਪੰਜਾਬ ਦਾ ਕੀ ਹਾਲ ਚਾਲ ਹੈ, ਕਿਉਂਕਿ ਉੜਤਾ ਪੰਜਾਬ ਇੰਨਾ ਉਹ ਪਾਪੂਲਰ ਹੋਇਆ, ਅਤੇ ਉਹਦੇ ਨਾਲ ਇਹ ਬਹੁਤ ਜ਼ਿਆਦਾ ਪਾਪੂਲਰ ਹੈ। ਦੂਜੀ ਗੱਲ, ਜਿਹੜਾ ਇੱਕ ਫੈਕਟ 'ਤੇ ਆਪਾਂ ਬੇਸਡ ਕਰਦੇ ਹਾਂ ਕਿ ਗੌਰਮੈਂਟ ਨੂੰ ਜਦੋਂ 2014 ਦੀਆਂ ਇਲੈਕਸ਼ਨਾਂ ਆਈਆਂ, ਉਦੋਂ ਇੱਕ ਇਹ ਇਲੈਕਸ਼ਨ ਦਾ ਮੁੱਦਾ ਬਣ ਚੁੱਕਿਆ ਸੀ। ਜਦੋਂ ਇਹ ਇਲੈਕਸ਼ਨ ਦਾ ਮੁੱਦਾ ਬਣ ਗਿਆ ਅਤੇ ਮੋਦੀ ਸਾਹਿਬ ਜਿੱਤ ਗਏ, ਤਾਂ ਮੋਦੀ ਸਾਹਿਬ ਦੀਆਂ ਸਪੈਸ਼ਲ ਇੰਸਟਰਕਸ਼ਨਸ ਆਈਆਂ ਆਪਣਾ ਅਕਾਲੀ ਗੌਰਮੈਂਟ ਨੂੰ ਕਿ ਤੁਸੀਂ ਇਹ ਨਸ਼ੇ 'ਤੇ ਉਹ ਨੱਥ ਪਾਓ। ਅਤੇ ਉਹਨਾਂ ਨੇ ਨੱਥ ਪਾਉਣ ਦਾ ਇਹ ਕੀਤਾ ਕਿ ਜਿਵੇਂ ਹੁਣ ਸਰਕਾਰਾਂ ਦਾ ਕੰਮ ਹੈਗਾ, ਇਹ ਜਿਹੜਾ ਨਾ ਸਾਇੰਟੀਫਿਕ ਵੇ ਨਾਲ, ਵਿਗਿਆਨਿਕ ਢੰਗ ਨਾਲ ਇਲਾਜ ਨਹੀਂ ਸੋਚਦੇ। ਸਰਕਾਰਾਂ ਕੋਲ ਜਾਂ ਤਾਂ ਬਿਊਰੋਕਰੇਟਿਕ ਹੱਲ ਹੁੰਦੇ ਨੇ ਜਾਂ ਪੁਲਿਸੀ ਹੱਲ ਹੁੰਦੇ ਨੇ। ਤਾਂ ਇਹਨਾਂ ਨੇ ਕੀਤਾ, ਪੁਲਿਸ ਨੂੰ ਲਾਤਾ ਜੀ, DGP ਨੂੰ ਕਹਿਤਾ ਵੀ ਇਹ ਨਸ਼ਾ ਨਹੀਂ ਕੋਈ ਹੋਣਾ ਚਾਹੀਦਾ, ਜਿੰਨੇ ਹੈਗੇ ਪਕੜ ਲਓ। DGP ਨੇ ਅੱਗੇ ਜਾ ਕੇ ਆਪਣੇ SSP ਦੇ ਕੋਟੇ ਫਿਕਸ ਕਰਤੇ ਵੀ ਤੁਸੀਂ ਰੋਜ਼ ਇੰਨੇ ਡਰੱਗ ਐਡਿਕਟ ਫੜਨੇ ਹੀ ਫੜਨੇ, ਡਰੱਗ ਪੈਡਲਰ ਫੜਨੇ। ਉਹਦੇ 'ਚ ਕੀ ਹੈ, ਆਮ ਜਿਹੜਾ ਨਸ਼ਾ ਵੀ ਮਾੜਾ ਮੋਟਾ ਕਰਨ ਵਾਲਾ ਸੀਗਾ, ਉਹ ਸਾਰੇ ਫੜ ਕੇ ਅੰਦਰ ਕਰਤੇ। ਅਤੇ ਉਹਦੇ ਨਾਲ ਜਿਹੜੇ ਇਹ ਜਦੋਂ FIRs ਹੋ ਗਈਆਂ, ਤਾਂ FIR ਦਾ ਜਿਹੜਾ ਡਾਟਾ ਸੀਗਾ ਉਹ ਸਾਰਾ ਕ੍ਰਾਈਮ ਜਿਹੜਾ ਆਪਣਾ ਸੈਂਟਰਲ ਕ੍ਰਾਈਮ ਬ੍ਰਾਂਚ 'ਚ ਚਲਿਆ ਗਿਆ, ਨੈਸ਼ਨਲ NCRB ਜਿਹਨੂੰ ਆਪਾਂ ਕਹਿੰਦੇ ਨੈਸ਼ਨਲ ਕ੍ਰਾਈਮ ਬਿਊਰੋ। ਉਹ ਨੈਸ਼ਨਲ ਲੈਵਲ 'ਤੇ ਚਲਿਆ ਗਿਆ, ਤਾਂ ਉਹਨਾਂ ਨੇ ਇਹ ਕਹਿਤਾ ਦੇਖੋ ਜੀ ਵੀ ਪੰਜਾਬ 'ਚ ਤਾਂ ਇੰਨੇ ਕੇਸ ਹੋ ਗਏ, ਅਤੇ ਉਹ ਸਭ ਤੋਂ ਜ਼ਿਆਦਾ ਸੀਗੇ। ਅਤੇ ਉਹਨਾਂ ਨਾਲ ਕਹਿਤਾ ਜੀ ਦੇਖੋ ਜੀ ਇੰਨੀ ਡਰੱਗ ਫੜੀ ਗਈ ਹੈ, ਵੀ ਯਾਨੀ ਕਿ ਜਿਵੇਂ ਐਂ ਲੱਗਦਾ ਸੀਗਾ ਪੰਜਾਬ ਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ ਹੈਗਾ, ਵੀ ਸਿਰਫ ਡਰੱਗ ਖਾਂਦੇ ਨੇ ਅਤੇ ਡਰੱਗ ਵੇਚਦੇ ਨੇ।
ਸੋ ਇਸ ਕਰਕੇ ਇਹ ਸਾਰਾ ਕੁਝ ਉਦੋਂ ਇਹ ਹੋ ਗਿਆ ਤੇ ਇਹੀ ਹਾਲ 2017 ਚ ਹੋਇਆ ਤੇ 2017 ਚ ਜਦੋਂ ਹੋਇਆ ਇਲੈਕਸ਼ਨ ਹੋਈ ਤਾਂ ਉਹਦੇ ਚ ਵੀ ਅਕਾਲੀਆਂ ਦੇ ਅਗੇਂਸਟ ਇਹ ਸਭ ਤੋਂ ਵੱਡਾ ਮੁੱਦਾ ਆਪਣਾ ਕੀਤਾ ਗਿਆ ਤੇ ਉਹਦੇ ਚ ਵੀ ਮੈਂ ਸਮਾਂ ਉੱਥੇ ਗੁਰੂ ਨਾਨਕ ਯੂਨੀਵਰਸਿਟੀ ਚ ਹੁੰਦਾ ਸੀਗਾ ਤੇ ਉੱਥੇ ਮੈਂ ਇੱਕ ਅੱਜ ਕੱਲ੍ਹ MLA ਸਾਹਿਬ ਨੇ ਤੇ ਉਹ ਸਵੇਰੇ ਸੈਰ ਕਰਦੇ ਕਰਦੇ ਮਿਲ ਕੇ ਮੈਨੂੰ ਕਹਿੰਦੇ ਰੋਕ ਕੇ ਕਹਿੰਦੇ ਪ੍ਰੋਫੈਸਰ ਸਾਹਿਬ ਮੈਂ ਨਾ ਅੱਜ ਉਹ ਫਲਾਣੇ ਪਿੰਡਾਂ 'ਚ ਗਿਆ ਸੀ ਉੱਥੇ ਲੈਕਚਰ ਦਿੱਤਾ। ਮੈਂ ਕਿਹਾ ਕੀ ਦਿੱਤਾ ਲੈਕਚਰ? ਕਹਿੰਦਾ ਮੈਂ ਕਿਹਾ ਜੀ ਉੱਥੇ 75% ਯੂਥ ਹੈ ਉਹ ਡਰੱਗ ਐਡਿਕਟ ਹੋਈ ਹੈ ਤੇ ਮੈਂ ਕਿਹਾ ਇਹ ਤਾਂ ਗੱਲ ਗਲਤ ਹੈ, ਮੈਂ ਤਾਂ ਇਹ ਕਿਹਾ ਨਹੀਂ ਹੈਗਾ। ਕਹਿੰਦਾ ਜੀ ਗਲਤ ਹੋਏ ਠੀਕ ਹੋਏ ਪਰ ਤਾੜੀਆਂ ਬੜੀਆਂ ਵੱਜੀਆਂ। ਸੋ ਲੋਕ ਐਦਾਂ ਸਵਾਦ ਲੈ ਰਹੇ ਸੀ, ਪੋਲੀਟੀਕਲ ਪਾਰਟੀਆਂ ਆਪਣਾ ਗੇਮ ਲੈ ਰਹੇ ਸੀ, ਪਰ ਕਿਸੇ ਬੰਦੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਵੀ ਰੀਅਲੀ ਠੀਕ ਵੀ ਹੈ ਕਿ ਨਹੀਂ, ਇਹ ਸਾਇੰਟੀਫਿਕਲੀ ਇਹ ਗੱਲ ਠੀਕ ਹੋ ਸਕਦੀ ਹੈ ਕਿ ਨਹੀਂ। ਸੋ ਇਸ ਕਰਕੇ ਇਹ ਜਿਹੜਾ ਸਾਰਾ ਇਹ ਬਦਨਾਮੀ ਹੋਈ, ਤੁਸੀਂ ਕਹ ਲਓ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਰਕਾਰਾਂ ਨੇ ਉਹਨਾਂ ਨੂੰ ਜਿਹੜੇ ਛੋਟੇ ਛੋਟੇ ਖਾਣ ਪੀਣ ਵਾਲੇ ਸੀ ਉਹਨਾਂ ਨੂੰ ਫੜ ਕੇ ਅੰਦਰ ਕਰਕੇ ਉਹ ਆਪਣਾ ਨਾਮਣਾ ਖੱਟ ਕੇ ਪੰਜਾਬ ਦਾ ਨਾਮ ਬਦਨਾਮ ਕਰਤਾ। ਤੇ ਜੇ ਅੱਛਾ ਉਦੋਂ ਇਹ ਸੀਗਾ ਵੀ ਸਾਡੇ ਕੋਲ ਕੋਈ ਡਾਟਾ ਵੀ ਨਹੀਂ ਸੀਗਾ ਜਿਹਦੇ ਬੇਸਿਸ ਤੇ ਅਸੀਂ ਸਾਰਿਆਂ ਨੂੰ ਕੰਪੇਅਰ ਕਰ ਸਕੀਏ ਵੀ ਕਿਹੜੀ ਸਟੇਟ ਕਿੱਥੇ ਸਟੈਂਡ ਕਰਦੀ ਹੈ, ਇੰਡੀਆ ਕਿੱਥੇ ਸਟੈਂਡ ਕਰਦੀ ਹੈ। ਉਦੋਂ 2004 ਚ ਸਟੱਡੀ ਇੱਕ ਹੋਈ ਸੀਗੀ ਤੇ ਉਹਦੇ ਚ ਬਹੁਤੀ ਡਿਟੇਲਸ ਨਹੀਂ ਸੀਗੀਆਂ, ਸਾਰਾ ਇੰਡੀਆ ਵੀ ਨਹੀਂ ਕਵਰ ਹੋਇਆ। ਅੱਛਾ ਫਿਰ ਇਹਦੇ ਚ ਮੁੱਦਾ ਇਹ ਨਿਕਲ ਕੇ ਆਇਆ ਇਹਦੇ ਚੋਂ ਵੀ ਜਿਹੜਾ ਪੰਜਾਬ ਹੈ ਇਹ ਚਿੱਟਾ ਹੀ ਖਾ ਰਿਹਾ। ਓਪੀਐਡ ਜਿਹੜੇ ਸਿੰਥੈਟਿਕ ਨਸ਼ੇ ਨੇ ਉਹ ਪੰਜਾਬ 'ਚ ਬਹੁਤ ਵੱਧ ਨੇ ਤੇ ਇਸੇ ਕਰਕੇ ਪੰਜਾਬ ਗੌਰਮੈਂਟ ਦੇ ਕਹਿਣ ਤੇ ਏਮਜ਼ ਨੇ ਵੀ ਇੱਕ ਸਟੱਡੀ ਕਰਾਈ PGI ਦੇ ਥਰੂ 2015 ਚ। ਉਹਨਾਂ ਨੇ ਕੈਲਕੂਲੇਟ ਕਰਕੇ ਦੱਸਿਆ ਕਿ ਵੀ ਜਿਹੜੇ ਤੁਹਾਡੇ 2,32,000 ਜਿਹੜੇ ਬੰਦੇ ਨੇ ਉਹ ਅਡਿਕਟ ਨੇ ਇਹ ਤੋਂ ਤੇ 7525 ਰੁਪਏ 7,525 ਕਰੋੜ ਰੁਪਇਆ ਇਹ ਤੇ ਸਾਲ 'ਚ ਖਰਚ ਹੋ ਰਹੇ ਨੇ। ਤੇ ਇਹ ਉਹਨਾਂ ਨੇ ਇਹ ਪ੍ਰੋਜੈਕਟ ਕੀਤਾ ਤੇ ਉਦੋਂ ਬਾਅਦ ਜਿਹੜੀਆਂ ਇੱਕ ਫਿਰ ਉਦੋਂ ਬਾਅਦ ਡਾਕਟਰ ਰਣਜੀਤ ਸਿੰਘ ਘੁੰਮਣ ਨੇ ਵੀ ਇੱਕ ਸਟੱਡੀ ਕੀਤੀ ਕ੍ਰਿਡ ਵਿੱਚ ਰਹਿ ਕੇ। ਉਹਨਾਂ ਨੇ ਵੀ ਸਿਰਫ ਓਪੀਐਡ ਦੀ ਸਟੱਡੀ ਕੀਤੀ। ਉਹਨਾਂ ਦੇ ਯਾਨੀ ਕਿ ਮੇਰੇ ਦੱਸਣ ਦਾ ਇੱਕ ਮਤਲਬ ਇੱਥੇ ਇਹ ਹੈ ਕਿ ਪੰਜਾਬ ਸਟੇਟ ਨੇ ਤਾਂ ਇਹ ਸਮਝਿਆ ਕਿ ਵੀ ਹੁਣ ਵੀ ਸਮਝ ਰਹੀ ਹੈ ਉਹ ਕਿ ਵੀ ਸ਼ਰਾਬ ਤਾਂ ਕੋਈ ਨਸ਼ਾ ਹੀ ਨਹੀਂ ਹੈ ਜੀ। ਉਹਨਾਂ ਨੇ ਉਹ ਇਹੀ ਸਮਝਦੇ ਵੀ ਜਿਹੜਾ ਇਹ ਸਿੰਥੈਟਿਕ ਨਸ਼ੇ ਨੇ ਉਹੀ ਨਸ਼ੇ ਨੇ ਤੇ ਉਸੇ ਦਾ ਇਹ ਇਲਾਜ ਕਰਨ ਲੱਗੇ ਹੋਏ। ਤੇ ਹੁਣ ਜਿਹੜੀ ਸਾਡੀ ਇੱਕ ਨੈਸ਼ਨਲ ਲੈਵਲ ਤੇ ਸਟੱਡੀ ਆਈ ਹੈ ਮੈਗਨੀਟਿਊਡ ਆਫ ਡਰੱਗ ਯੂਜ਼ ਤੇ ਉਹ ਆਪਣਾ ਕੀਤੀ ਹੈ ਉਹਨਾਂ ਨੇ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਨੇ ਏਮਜ਼ ਦੇ ਥਰੂ। ਏਮਜ਼ ਦੇ ਵਿੱਚ ਇੱਕ ਹੈਗਾ ਨੈਸ਼ਨਲ ਡਰੱਗ ਡਿਪੈਂਡੈਂਟ ਟ੍ਰੀਟਮੈਂਟ ਸੈਂਟਰ, ਉਹਨਾਂ ਨੇ ਕਰਵਾ ਕੇ ਦਿੱਤੀ ਹੈ। ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਹੋ ਨਵੀਂ ਸਟੱਡੀ ਹੈ। ਹਾਂਜੀ ਪਹਿਲਾਂ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਕਿ ਨਸ਼ੇ ਕਰਕੇ ਬਦਨਾਮ ਹੋਇਆ ਪੰਜਾਬ, ਉਹਦੇ ਵਿੱਚ ਤਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਪੁਲਿਸ ਹੈ ਜਿਹੜੀ ਉਹਦਾ ਰੋਲ ਦੇਖਿਆ ਤੁਸੀਂ ਕਿਵੇਂ ਪ੍ਰਮੋਸ਼ਨਾਂ ਲੈਣ ਲਈ ਆਪਾਂ ਕਹਿ ਲਓ ਨਿੱਜੀ ਫਾਇਦੇ ਲੈਣ ਲਈ ਛੋਟੇ ਮੋਟੇ ਜਿਹੜੇ ਸਮਗਲਰ ਸੀ ਜਾਂ ਸਪਲਾਇਰਸ ਕਹਿ ਲਓ ਆਪਾਂ ਨੂੰ ਛੋਟੇ ਮੋਟੇ ਉਹਨਾਂ ਨੂੰ ਫੜ ਕੇ ਅੰਦਰ ਦੇਈ ਗਏ ਤੇ ਉਹਦਾ ਰਿਕਾਰਡ ਵੀ ਆਉਂਦਾ ਰਿਹਾ, ਰਿਕਾਰਡ ਚੜ੍ਹਦਾ ਰਿਹਾ। ਉਸ ਰਿਕਾਰਡ ਦੇ ਮੁਤਾਬਕ ਕਹਿ ਲਓ ਕਿ ਇਹਨਾਂ ਨੇ ਕਹਿਤਾ ਕਿ ਪੰਜਾਬ ਜਿਹੜਾ ਪਹਿਲੇ ਸਥਾਨ ਤੇ ਹੈਗਾ ਜੀ ਨਸ਼ੇ ਇੰਨਾ ਗ੍ਰਿਫਤ ਵਿੱਚ ਹੈ ਪੰਜਾਬ ਕੇ ਸਾਰੀ ਨੌਜਵਾਨੀ ਹੈ ਜਿਹੜੀ ਉਹ ਪੰਜਾਬ ਦੀ ਨਸ਼ਾ ਕਰ ਰਹੀ ਹੈ ਤੇ ਨਸ਼ੇੜੀ ਬਣਾ ਦਿੱਤਾ ਗਿਆ ਪੰਜਾਬ ਨੂੰ। ਤੇ ਪੋਲੀਟੀਸ਼ੀਅਨ ਜਿਹੜੇ ਹੈਗੇ ਰਾਜਨੀਤੀ ਕਰਦੇ ਰਹੇ, ਸੱਤਾ ਤੁਸੀਂ ਦੱਸਿਆ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿ ਜਿਹੜੇ ਸੱਤਾ ਤਬਦੀਲੀ ਆਈ ਅਕਾਲੀ ਦਲ ਤੇ ਵੀ ਐਲੀਗੇਸ਼ਨ ਲੱਗੇ, ਉਹ ਵੀ ਦੇਖੋ ਤੁਸੀਂ ਨਸ਼ੇ ਬਾਰੇ ਹੁਣ ਉਹਦੇ ਸਹੁੰ ਵੀ ਖਾਧੀ ਗਈ ਕੈਪਟਨ ਸਰਕਾਰ ਨੇ, ਜਾਂ ਹੁਣ ਤਾਂ ਕੈਪਟਨ ਸਰਕਾਰ ਹੈ ਤਾਂ ਕਰਕੇ ਕਹਿ ਰਹੇ ਕਿ ਕੈਪਟਨ ਨੇ ਸਹੁੰ ਖਾ ਕੇ ਸਰਕਾਰ ਬਣਾ ਲਈ ਕਿ ਨਸ਼ਾ ਖਤਮ ਕਰ ਦੇਂਗੇ। ਮਤਲਬ ਕਹਿ ਲਓ ਕਿ ਬਿਨਾਂ ਸਟੱਡੀ ਦੇ, ਬਿਨਾਂ ਅੰਕੜੇ ਚੱਕੇ, ਬਿਨਾਂ ਕੋਈ ਤੱਥ ਜਾਣੇ ਇੱਦਾਂ ਦੇ ਬਿਆਨ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਕਹਿ ਲਓ ਬੁੱਧੂ ਬਣਾ ਕੇ ਸਰਕਾਰਾਂ ਵੀ ਬਣਦੀਆਂ ਰਹੀਆਂ ਤੇ ਪੁਲਿਸ ਜਿਹੜਾ ਡਿਪਾਰਟਮੈਂਟ ਹੈ ਜਾਂ ਹੋਰ ਸਿਵਲ ਪ੍ਰਸ਼ਾਸਨ ਹੈ ਜਿਹੜਾ ਜਿੱਥੇ ਕਿਤੇ ਉਹਨਾਂ ਦੀ ਡਿਊਟੀ ਲੱਗੀ ਸਰਕਾਰ ਵੱਲੋਂ ਉਹਨਾਂ ਨੇ ਵੀ ਬਿਨਾਂ ਤੱਥਾਂ ਨੂੰ ਜਾਣੇ ਜਿਹੜੇ ਹੈਗੇ ਅੱਗੇ ਤੋਂ ਅੱਗੇ ਡਾਟੇ ਆਪਣੇ ਪੇਸ਼ ਕੀਤੇ ਗਏ ਤੇ ਜਿਹਦੇ ਤਹਿਤ ਪੰਜਾਬ ਜਿਹੜਾ ਹੈਗਾ ਉਹ ਕਹਿ ਲਓ ਬਦਨਾਮ ਹੋ ਗਿਆ। ਹੁਣ ਜਿਹੜੀ ਨਵੀਂ ਸਟੱਡੀ ਆਈ ਹੈ ਸਰ ਜਿਵੇਂ ਤੁਸੀਂ ਦੱਸ ਹੀ ਰਹੇ ਸੀਗੇ ਤੇ ਨਵੀਂ ਸਟੱਡੀ ਇਹ ਕਿਹੜੇ ਡਿਪਾਰਟਮੈਂਟ ਦੀ ਗੱਲ ਕਰਦੇ ਸੀ, ਕਿਹਨਾਂ ਵੱਲੋਂ ਕਰਵਾਈ ਹੈ ਤੇ ਫੀਚਰਸ ਕੀ ਨੇ? ਇਹ ਤਾਂ ਦੇਖੋ ਜੀ ਇਹ ਹੈ ਜਿਹੜੀ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਇਹ ਗਵਰਨਮੈਂਟ ਆਫ ਇੰਡੀਆ ਦਾ ਇੱਕ ਡਿਪਾਰਟਮੈਂਟ ਹੈ, ਮਿਨਿਸਟਰੀ ਹੈ ਇਹ।
ਉਸਨੇ ਇਹ ਕਰਾਈ ਹੈ। ਪਹਿਲਾਂ ਵੀ ਇਹਨੇ 2002-03 ਚ ਕਰਾਈ ਸੀ, ਜਿਹੜੀ ਕਿ 2004 ਚ ਪਬਲਿਸ਼ ਹੋ ਗਈ, ਪਰ ਉਹ ਇੰਨੀ ਵੱਡੇ ਸਕੇਲ ਤੇ ਨਹੀਂ ਸੀ ਜਿੰਨੇ ਵੱਡੇ ਸਕੇਲ ਤੇ ਇਹਨਾਂ ਨੇ ਕੀਤੀ ਹੈ। ਹੁਣ ਇਹਦਾ ਸਕੇਲ ਕੀ ਹੈ? ਸਕੇਲ ਇਹ ਹੈ ਵੀ ਇਹਨਾਂ ਨੇ 36 ਜਿਹੜੀਆਂ ਆਪਣੀਆਂ ਸੂਬੇ ਸੀ ਤੇ ਯੂਨੀਅਨ ਟੈਰੀਟਰੀ ਸੀਗੀ ਆ, ਉਹਨਾਂ ਤੋਂ ਡਾਟਾ ਇਕੱਠਾ ਕੀਤਾ ਦਸੰਬਰ 2017 ਤੋਂ ਲੈ ਕੇ ਅਕਤੂਬਰ 2018 ਤੱਕ ਜੀ। ਤੇ ਇਹਨਾਂ ਦਾ ਜਿਹੜਾ ਸੈਂਪਲ ਲਿਆ ਸੀਗਾ ਇਹਨਾਂ ਨੇ, ਉਹ 10 ਤੋਂ ਲੈ ਕੇ 75 ਸਾਲ ਦੀ ਉਮਰ ਦੇ ਬੱਚੇ ਤੇ ਬੰਦਿਆਂ ਦਾ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕੀਤੀ। ਉਹਦੇ ਵਿੱਚ ਇਹਨੇ 2,111 ਘਰਾਂ ਤੋਂ, ਹਾਊਸ ਹੋਲਡ ਅਸੀਂ ਉਹਨੂੰ ਕਹਿੰਦੇ ਅੰਗਰੇਜ਼ੀ 'ਚ, ਉਹਨਾਂ ਤੋਂ ਇਕੱਠਾ ਕੀਤਾ, ਜਿਹੜਾ ਕਿ 186 ਜਿਹੜੇ ਜ਼ਿਲ੍ਹੇ ਸੀ ਇੰਡੀਆ 'ਚ, ਮੇਰਾ ਖਿਆਲ 600 ਤੋਂ ਉੱਤੇ ਜ਼ਿਲ੍ਹੇ ਨੇ, ਉਹਨਾਂ 'ਚੋਂ 186 ਜ਼ਿਲ੍ਹਿਆਂ 'ਚੋਂ ਇਹਨਾਂ ਨੇ ਡਾਟਾ ਇਕੱਠਾ ਕੀਤਾ। ਤੇ ਉਹਦੇ 'ਚ ਇਹਨਾਂ ਦੇ ਜਿਹੜੇ ਟੋਟਲ ਉੱਤਰਦਾਤੇ ਸੀਗੇ ਉਹ 4,73,569 ਸੀਗੇ ਜੀ। ਹਾਂਜੀ, ਸੋ ਇਹਦੇ 'ਚ ਇਹਨਾਂ ਨੇ ਕੀ ਕੀਤਾ ਹੈਗਾ, ਇਹਨਾਂ ਨੇ ਜਿਹੜੇ ਨਸ਼ੇ ਲਏ ਨੇ, ਉਹਦੇ 'ਚ ਸ਼ਰਾਬ ਵੀ ਲਈ ਹੈ, ਉਹਦੇ 'ਚ ਇੱਕ ਆਪਣਾ ਭੰਗ, ਚਰਸ, ਗਾਂਜਾ, ਫਿਰ ਆਪਣਾ ਸਿੰਥੈਟਿਕ ਨਸ਼ੇ ਵੀ ਲਏ ਨੇ, ਫਿਰ ਐਂਫੀਟਾਮਾਈਨ ਟਾਈਪ ਸਟਿਮੂਲਸ ਵੀ ਲਏ ਨੇ, ਤੇ ਇਨਹੇਲੈਂਟਸ ਵੀ ਲਏ ਨੇ ਜੀ। ਤੇ ਇਹ ਸਾਰਿਆਂ ਬਾਰੇ ਇਹਨਾਂ ਦਾ ਜਿਹੜਾ ਕਰੰਟ ਜਿਹੜਾ ਫੋਕਸ ਸੀਗਾ ਮੇਨ ਇਸ ਸਟੱਡੀ ਦਾ, ਇੱਕ ਤਾਂ ਇਹ ਦੇਖਣਾ ਸੀਗਾ ਵੀ ਆਮ ਵਰਤੋਂ ਕਰਨ ਵਾਲੇ ਕਿੰਨੇ ਨੇ ਜੀ। ਆਮ ਵਰਤੋਂ ਦਾ ਮਤਲਬ ਹੈ ਜਿਹੜੇ ਕਦੇ ਕਦੇ ਪੀਂਦੇ ਨੇ, ਨਸ਼ਈ ਨਹੀਂ ਹੈਗੇ ਜੀ, ਉਹ ਇਹਨਾਂ ਦੀ ਇੱਕ ਕੈਟੇਗਰੀ ਸੀ। ਦੂਜੀ ਕੈਟੇਗਰੀ ਸੀ ਇਹ ਕਿ ਜਿਹੜੇ ਜਿਨ੍ਹਾਂ ਨੂੰ ਕੋਈ ਨਾ ਕੋਈ ਨਸ਼ਾ ਪੀਣ ਕਰਕੇ ਸਮੱਸਿਆ ਖੜੀ ਹੋਈ ਉਹ ਡਾਕਟਰ ਦੇ ਜਾਂਦੇ ਨੇ, ਉਹ ਕੈਟੇਗਰੀ ਹੈ। ਇੱਕ ਦੂਜੀ ਤੇ ਇੱਕ ਜਿਹੜੀ ਫਾਈਨਲ ਕੈਟੇਗਰੀ ਹੈ, ਉਹ ਸਾਰੀ ਆਦੀਆਂ ਦੀ, ਵੀ ਜਿਹੜੇ ਅਡਿਕਟ ਨੇ, ਉਹਨਾਂ ਨੂੰ ਕਹਿੰਦੇ ਆਪਾਂ ਡਰੱਗ ਡਿਪੈਂਡੈਂਟ, ਉਹਨਾਂ ਦੀ ਸਟੱਡੀ ਕਰਕੇ ਦਿੱਤੀ। ਸੋ ਇਹ ਇੱਕ ਹਿੰਦੁਸਤਾਨ ਦੇ ਇਤਿਹਾਸ 'ਚ ਇਹ ਪਹਿਲੀ ਵਾਰੀ ਸੀ ਜਿਹੜਾ ਕਿ ਇੰਨੇ ਲਾਰਜ ਸਕੇਲ ਤੇ ਉਹਨਾਂ ਨੇ ਸੈਂਪਲ ਇਕੱਠਾ ਕਰਕੇ ਤੇ ਇੰਨੀਆਂ ਸਾਰੀਆਂ ਚੀਜ਼ਾਂ ਦਾ ਇੰਨੇ ਡਿਸਟ੍ਰਿਕਟ ਕਵਰ ਕਰਕੇ ਇਹ ਸਟੱਡੀ ਦਿੱਤੀ ਜੀ। ਤੇ ਜਿਹੜੀ ਕਿ ਸਾਡੇ ਹੁਣ ਜਿਹਦੇ ਪਿੱਛੇ ਆਪਾਂ ਗੱਲ ਕਰ ਰਹੇ ਹਾਂ ਕਿ ਵੀ ਪਹਿਲਾਂ ਸਟੱਡੀਜ਼ ਦੀ ਘਾਟ ਹੋਣ ਕਰਕੇ ਜਿਹੜੇ ਕਈ ਪਾਪੂਲਰ ਜੇ ਨੋਸ਼ਨ ਬਣੇ ਹੋਏ ਸੀ ਉਹਨਾਂ ਨੂੰ ਹਾਈਲਾਈਟ ਕੀਤਾ ਗਿਆ, ਤੇ ਉਹ ਦੂਸਰੇ ਮਿਸਕੋਟ ਹੋਇਆਂ ਨੂੰ। ਮੈਨੂੰ ਤਾਂ ਇਹਦੇ 'ਚ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਹੈ ਵੀ ਇਹ ਤਾਂ ਜਿਹੜਾ ਡਾਟਾ ਵੀ ਹੈਗਾ ਨਾ, ਉਹਨੂੰ ਵੀ ਠੀਕ ਤਰ੍ਹਾਂ ਇੰਟਰਪ੍ਰੈਟ ਨਹੀਂ ਕਰਦੇ, ਉਹਨੂੰ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜੀ ਜੀ। ਅੱਜ ਕੱਲ੍ਹ ਅਸੀਂ ਜਿਹੜਾ ਹੈ ਨਾ ਇਨਫੋਰਮੇਸ਼ਨ ਸੁਸਾਇਟੀ 'ਚ ਰਹਿ ਰਹੇ ਹਾਂ, ਨੌਲੇਜ ਸੁਸਾਇਟੀ 'ਚ ਰਹਿੰਦੇ ਹਾਂ, ਵੀ ਉਹੀ ਸੁਸਾਇਟੀ, ਉਹੀ ਸਮਾਜ ਅੱਗੇ ਚੱਲੂਗਾ ਜਿਸ ਕੋਲ ਲੇਟੈਸਟ ਨੌਲੇਜ ਹੋ ਜੀ, ਲੇਟੈਸਟ ਜਾਣਕਾਰੀ ਹੋ। ਜਾਣਕਾਰੀ ਤੁਹਾਡੇ ਕੋਲ ਪਈ ਹੈ, ਤੁਸੀਂ ਉਹਨੂੰ ਪੜ੍ਹਨ ਦੇ ਇਹ ਸੀਗਾ। ਤੇ ਸਰ ਇਹਦੇ ਵਿੱਚ ਆਪਾਂ ਗੱਲ ਕਰੀਏ ਜੇ ਅੱਗੇ ਚੱਲ ਕੇ ਵੀ ਪੂਰੇ ਦੇਸ਼ ਦੀ ਗੱਲ ਕਰਦੇ ਆਪਾਂ, ਹਾਂਜੀ, ਤੇ ਪੰਜਾਬ ਦੀ ਜਿਹੜੀ ਤੁਲਨਾ ਤੁਸੀਂ ਇਸ ਸਟੱਡੀ ਰਾਹੀਂ ਕੀਤੀ ਹੈ ਪੰਜਾਬ ਪੂਰੇ ਦੇਸ਼ ਦੇ ਵਿੱਚ, ਹਾਂਜੀ, ਉਹਨਾਂ ਨੂੰ ਸਟੇਟਸ ਨੂੰ ਲੈ ਕੇ ਕਹਿ ਦਿਓ, ਤਾਂ ਉਹਦੀ ਤੁਲਨਾਤਮਕ ਜਿਹੜਾ ਅਧਿਐਨ ਤੁਹਾਡਾ ਕਿਵੇਂ? ਹਾਂਜੀ, ਉਹ ਜਿਹੜਾ ਤੁਲਨਾਤਮਕ ਅਧਿਐਨ ਹੈ ਨਾ, ਆਪਾਂ ਜਦੋਂ ਵੀ ਕੋਈ ਹੁਣ ਗੱਲ ਕਰਾਂਗੇ, ਆਪਾਂ ਪਹਿਲਾਂ ਤਾਂ ਨੈਸ਼ਨਲ ਲੈਵਲ ਤੇ ਗੱਲ ਕਰਦੇ ਜੀ, ਵੀ ਕੌਮੀ ਪੱਧਰ ਤੇ ਇਹ ਕਿੰਨੀ ਚੀਜ਼ ਹੈ, ਤੇ ਫਿਰ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਤੇ ਇਹ ਕਿੰਨੀ ਚੀਜ਼ ਹੈ। ਜੇ ਆਪਾਂ ਕੌਮੀ ਪੱਧਰ ਤੇ ਲਈਏ ਤਾਂ ਇਹਨਾਂ ਦੇ 16 ਕਰੋੜ ਬੰਦੇ ਨੇ ਜਿਹੜੇ ਕਿ ਉਹ ਇੱਕ ਇੱਥੇ ਇਹ ਦੇਖ ਲਓ ਵੀ ਆਪਾਂ ਸਾਰੀ ਪਾਪੂਲੇਸ਼ਨ ਚੋਂ ਨਹੀਂ ਲੈ ਰਹੇ, ਇਹ ਆਪਾਂ 10 ਤੋਂ ਲੈ ਕੇ 75 ਸਾਲ ਦੇ ਬੰਦਿਆਂ ਦਾ ਕਰ ਰਹੇ ਜੀ ਜੀ ਹੈ। ਉਹਨਾਂ ਚੋਂ 4,63,000 ਜਿਹੜੇ ਇਹਨਾਂ ਦੇ ਸੈਂਪਲ ਹੈ ਉਹਦੇ ਤੇ ਕਰੇ ਨੇ। ਫਿਰ ਇਹਨਾਂ ਕੋਲ ਫਾਰਮੂਲੇ ਨੇ ਵੀ ਜੇ ਇੰਨੇ ਬੰਦੇ ਪਾਪੂਲੇਸ਼ਨ ਚੋਂ ਆਹ ਕਰਦੇ ਨੇ ਤਾਂ ਉਹਦੇ ਨਾਲ ਇਹ ਕੈਲਕੂਲੇਟ ਕੀਤਾ ਜਾ ਸਕਦਾ ਵੀ ਇਹਦੇ 'ਚ ਪ੍ਰੋਬਲਮੈਟਿਕ ਕਿਹੜੇ ਬੰਦੇ ਨੇ ਤੇ ਜਿਹੜੇ ਡਿਪੈਂਡੈਂਟ ਨੇ ਉਹ ਕਿਹੜੇ ਬੰਦੇ ਨੇ, ਕਿੰਨੇ ਬੰਦੇ ਹੋ ਸਕਦੇ, ਉਹ ਸਾਰਾ ਇਹਨਾਂ ਨੇ ਕੈਲਕੂਲੇਟ ਕਰਕੇ ਦੱਸਿਆ, ਜਿਹੜਾ ਕਿ ਇੱਕ ਉਸ ਸਮੱਸਿਆ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ ਤੇ ਸਮੱਸਿਆ ਨੂੰ ਨੱਥ ਪਾਉਣ ਵਾਸਤੇ ਬਹੁਤ ਜ਼ਰੂਰੀ ਹੈ ਜੀ ਜੀ ਜੀ। ਹਾਂਜੀ, ਸੋ ਇਹਦੇ 'ਚ ਜੇ ਮੈਂ ਤੁਹਾਨੂੰ ਦੱਸਾਂ ਕਿ ਵੀ ਇਹ ਕਰੰਟ ਯੂਜ਼ਰ ਜਿਹੜੇ ਇਹਨਾਂ ਨੇ ਦੱਸਿਆ ਜੀ ਜੀ ਕਿ ਇਹ 16 ਕਰੋੜ ਨੇ, ਜਿਹੜਾ ਕਿ ਉਸ ਪਾਪੂਲੇਸ਼ਨ ਦਾ 14.6 ਕਰੋੜ ਬਣਦਾ, ਇਹ ਸ਼ਰਾਬ ਪੀਂਦੇ ਨੇ। ਤੇ ਇਹਦੇ 'ਚ ਸ਼ਰਾਬ ਦੀ ਵਰਤੋਂ ਹੈ ਨਾ, ਜਿਹੜਾ ਇੱਕ ਹੋਰ ਜਿਹੜਾ ਫੀਚਰ ਹੈ ਇਹਦੇ 'ਚ ਦੇਖਣ 'ਚ ਆਇਆ ਵੀ ਆਦਮੀਆਂ 'ਚ ਜ਼ਿਆਦਾ ਹੈ ਜੀ ਤੇ ਔਰਤਾਂ 'ਚ ਘੱਟ ਹੈ। ਜੇ ਆਪਾਂ ਆਦਮੀਆਂ 'ਚ ਲਾਈਏ ਨੈਸ਼ਨਲ ਲੈਵਲ ਤੇ ਤਾਂ 27% ਜਿਹੜੀ ਬੰਦਿਆਂ 'ਚ ਹੈਗੀ ਹੈ ਤੇ ਔਰਤਾਂ 'ਚ ਸਿਰਫ 1.6% ਹੈ
ਜਿਹੜੀ ਆ 27% ਤੁਸੀਂ ਦੱਸ ਰਹੇ ਆ, ਹਾਂਜੀ ਹਾਂ, ਇਹ ਐਡਿਕਟਡ ਨਾ ਯੂਜ਼ਰ ਯੂਜ਼ਰ ਨੇ, ਟੋਟਲ ਪਾਪੂਲੇਸ਼ਨ ਦਾ ਜਿਹੜੀ ਇਹਨਾਂ ਨੇ ਕੈਲਕੂਲੇਟ ਕੀਤੀ ਨਾ, ਉਹਦੇ ਯੂਜ਼ਰ ਵਰਤੋਂ ਕਰਦੇ ਨੇ। ਹਾਂ, ਵਰਤੋਂ ਕਰਦੇ ਨੇ, ਵਰਤੋਂ 'ਚ ਐਡਿਕਟ ਵੀ ਵਿੱਚੇ ਆ ਜਾਂਦੇ ਨੇ। ਉਹ ਉਹਨਾਂ ਦੀ ਐਡਿਕਟ, ਕਿਉਂਕਿ ਯੂਜ਼ਰਾਂ 'ਚੋਂ ਹੀ ਆਪਾਂ ਐਡਿਕਟ ਦੀ ਕੈਟੇਗਰੀ ਕੱਢਣੀ ਹੈ, ਹਾਂਜੀ। ਤੇ ਇਹਦੇ 'ਚ ਜਦੋਂ ਹੁਣ ਇਸ ਤਰ੍ਹਾਂ ਹੈ ਕਿ ਬਈ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਵੀ ਹੁਣ ਸਾਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਪ੍ਰੋਬਲਮ ਯੂਜ਼ਰ ਨੇ, ਉਹਨਾਂ ਨੇ ਕੈਲਕੂਲੇਟ ਕੀਤਾ ਹੋਇਆ ਕਿ ਵੀ ਜਦੋਂ ਯੂਜ਼ਰ ਹੈ ਨਾ ਜਿਹੜਾ ਬੰਦਾ, ਉਹਨਾਂ 'ਚੋਂ ਹਿੰਦੁਸਤਾਨ ਲੈਵਲ ਤੇ ਆਪਣੇ ਉਹ ਹੈਗਾ 18.7%। ਜੀ, ਵੀ ਤੁਸੀਂ ਮੋਟੇ ਜਿਹੇ ਹਿਸਾਬ ਨਾਲ ਲਓ ਵੀ 100 ਚੋਂ 5 ਬੰਦੇ ਐਡਿਕਟ ਨੇ ਜਾਂ ਹਾਰਮਫੁਲ ਯੂਜ਼ ਵਾਲੇ ਕਰਦੇ ਹੈ ਜੀ। ਤੇ ਜਿਹੜੇ ਜੇ ਆਪਾਂ ਇਹਨੂੰ ਲਈਏ ਪੰਜਾਬ 'ਚ ਵਰਤਮਾਨ 'ਚ ਜਿਹੜੇ ਪੀਣ ਵਾਲੇ ਨੇ ਉਹ 14.6% ਨੇ, ਤੇ ਪੰਜਾਬ 'ਚ ਹੈਗੇ 28.5%, ਦੁੱਗਣੇ ਨੇ ਉਹਦੇ ਨਾਲ। ਇਹ ਸਿਰਫ ਸ਼ਰਾਬ ਦਾ ਡਾਟਾ ਹੈ। ਹਾਂ, ਇਹ ਸ਼ਰਾਬ ਦਾ ਨਸ਼ਾ ਹੈ। ਤੇ ਇਹਦੇ 'ਚ ਜਿਹੜਾ ਹੈ ਨਾ, ਜੇ ਆਪਾਂ ਨੰਬਰ 'ਚ ਲਈਏ ਤਾਂ 61 ਲੱਖ ਜਿਹੜੇ ਬੰਦੇ ਨੇ ਉਹ ਪੀਣ ਵਾਲੇ ਨੇ। ਇਹਦੇ 'ਚ ਮੈਂ ਤੁਹਾਨੂੰ ਹੋਰ ਦੱਸਦਾ ਕਿ ਵੀ ਇਹ ਇੱਕ ਇਹਨਾਂ ਨੇ ਇਹ ਵੀ ਕੱਢਿਆ ਹੈ ਕਿ ਵੀ ਜਿਵੇਂ ਹੁਣ ਇਹਨਾਂ ਨੇ ਆਪਾਂ ਦੱਸਿਆ ਨਾ ਵੀ 100 ਚੋਂ 5 ਬੰਦੇ ਪੀਂਦੇ ਨੇ ਆਪਣਾ, ਉਹਦੇ 'ਚ ਆਪਣਾ ਪ੍ਰੋਬਲਮ ਵਾਲੇ ਨੇ ਜਾਂ ਐਡਿਕਟ ਨੇ ਇਹਨਾਂ 'ਚ। ਉਹਦੇ 'ਚ ਇਹ ਜਿਹੜਾ ਅੰਕੜਾ ਹੈ ਨਾ, ਇਹ ਸੂਬੇ ਤੋਂ ਵੇਰੀ ਕਰਦਾ ਵੀ ਕਿਤੇ ਜ਼ਿਆਦਾ ਰੁਝਾਨ ਹੈ ਪੀਣ ਵਾਲਿਆਂ ਦਾ ਤੇ ਕਿਤੇ ਘੱਟ ਹੈ। ਇਹ ਜਿਹੜਾ ਰੁਝਾਨ ਹੈ ਇਹ 4 ਤੋਂ ਲੈ ਕੇ 48% ਤੱਕ ਵੇਰੀ ਕਰਦਾ ਹੈ। ਇਹ ਸੂਬਿਆਂ ਦੇ ਵਿੱਚ ਵੀ ਕਰਦਾ ਹੋਊਗਾ, ਫਿਰ ਇੱਕ ਸਟੇਟ 'ਚ ਜ਼ਿਲ੍ਹਿਆਂ ਵਾਈਜ਼ ਵੀ ਕਰਦਾ ਹੋਊਗਾ ਜਾਂ ਇੰਨਾ ਜ਼ਿਲ੍ਹਿਆਂ ਵਾਈਜ਼ ਇੰਨਾ ਜ਼ਿਆਦਾ ਨਹੀਂ ਕੀਤਾ ਇਹਨਾਂ ਨੇ, ਸਟੱਡੀ ਨਹੀਂ ਹੋਈ, ਬਟ ਕਰਦਾ ਤਾਂ ਹੋਏਗਾ ਨਾ। ਹਾਂ, ਉਹ ਕਰਦਾ ਹੈ, ਬਿਲਕੁਲ ਉਹ ਤਾਂ ਕਰਦਾ ਹੈ ਤੁਹਾਡਾ ਨਾ। ਸ਼ਹਿਰ ਤੋਂ ਜਾਓਗੇ ਤਾਂ ਪਿੰਡ 'ਚ ਕਰਦਾ ਹੋਊਗਾ, ਪਿੰਡ ਤੋਂ ਦੂਸਰੇ 'ਚ ਕਹੂਗਾ। ਫਿਰ ਆਪਾਂ ਜਿਵੇਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ, ਸੋਸ਼ੀਓ ਇਕਨੋਮਿਕ ਕੈਟੇਗਰੀਜ਼ ਨੇ, ਹੈ ਜੀ, ਉਹਨਾਂ 'ਚ ਵੀ ਕਰਦਾ। ਕਿੰਨੇ ਪੜ੍ਹੇ ਲਿਖੇ ਹੋਏ ਨੇ ਉਹਨਾਂ 'ਚ ਵੀ ਕਰਦਾ। ਉਹ ਅੱਗੇ ਬਹੁਤ ਡਿਟੇਲ 'ਚ ਨੇ, ਬਹੁਤ ਡਿਟੇਲ ਹੈ ਜੀ। ਸੋ ਉਹ ਸਾਰਾ ਕੁਝ ਇਹ ਹੈ ਵੈਸੇ। ਤੇ ਇਹਦੇ 'ਚ ਜਿਹੜਾ ਹੈ ਨਾ ਪੀਣ ਵਾਲੇ, ਵਰਤਮਾਨ 'ਚ ਪੀਣ ਵਾਲੇ, ਉਹਦੇ 'ਚ ਆਪਣਾ 28.5% ਨੇ, ਜਿਨ੍ਹਾਂ ਦੀ ਸੰਖਿਆ ਪੰਜਾਬ 'ਚ 61 ਲੱਖ ਹੈ ਤੇ ਹਿੰਦੁਸਤਾਨ 'ਚ 16 ਕਰੋੜ ਹੈ ਜੀ। ਤੇ ਜੇ ਆਪਾਂ ਸਮੱਸਿਆ ਵਾਲੇ ਬੰਦੇ ਲਈਏ ਵੀ ਜਿਹੜੇ ਪਿਛਲੇ 3 ਮਹੀਨਿਆਂ 'ਚ ਡਾਕਟਰ ਦੀ ਮਦਦ ਲੈਣ ਗਏ ਨੇ, ਉਹ 5.2% ਆ ਜਾਂਦੇ। 14 ਤੋਂ 5, ਇਹ 14% ਦਾ 5.2% ਹੈ। ਤੇ ਆਪਣੇ ਪੰਜਾਬ 'ਚ ਜਿਹੜਾ ਆ ਜਾਂਦਾ ਹੈ ਨਾ, ਤੇ ਜਿਹੜੀ ਐਬਸੋਲਿਊਟ ਨੰਬਰ 'ਚ ਹੈ ਇਹਦੇ 'ਚ ਹਿੰਦੁਸਤਾਨ 'ਚ, ਉਹ ਹੈਗਾ 5.7%। ਤੇ ਆਪਣੇ ਜਿਹੜਾ ਆ ਜਾਂਦਾ ਉਹ 5.7% ਦੀ ਬਜਾਏ 10.5% ਆ ਜਾਂਦਾ ਜੀ। ਤੇ 10 ਤੇ ਆਪਣੇ ਜਿਹੜੇ 27 ਲੱਖ ਇਹ ਜਿਹੜੇ ਨਾ, ਇਹ ਬੰਦੇ ਹੈਲਪ ਚਾਹੀਦੀ ਹੈ ਇਹਨਾਂ ਨੂੰ ਜੀ, ਇਹ ਐਡਿਕਟ ਨੇ ਇਹ। ਅੱਛਾ, ਹੁਣ ਇਹਨਾਂ 'ਚੋਂ ਵੀ ਜਿਹੜੇ 27 ਲੱਖ ਨੇ, ਉਹਨਾਂ 'ਚੋਂ ਵੀ ਜਿਹੜੇ ਬੰਦੇ ਇਹੋ ਜਿਹੇ ਨੇ ਜਿਹੜੇ ਕਿ ਜਿਵੇਂ ਹੁਣ ਆਪਾਂ ਸੀਗਾ ਨਾ ਕਰੋਨਾ ਦਾ, ਕਹਿੰਦੇ ਜੀ ਆਕਸੀਜਨ ਲੱਗ ਗਈ, ਤੇ ਜਿਹੜੇ ਆਕਸੀਜਨ ਤੋਂ ਵੀ ਅੱਗੇ ਚਲੇ ਗਏ ਉਹ ਕਹਿੰਦੇ ਵੈਂਟੀਲੇਟਰ ਤੇ ਨੇ। ਸੋ ਇਹ ਜਿਹੜੀ ਅੱਗੇ ਇੱਕ ਕੈਟੇਗਰੀ ਹੈ ਆਪਣਾ, ਜਿਹੜੇ ਟੋਟਲੀ ਨਿਰਭਰ ਨੇ, ਆਪਾਂ ਉਹਨਾਂ ਨੂੰ ਅੰਗਰੇਜ਼ੀ 'ਚ ਕਹਿੰਦੇ ਡਿਪੈਂਡੈਂਟ ਨੇ, ਆਦੀ ਹੋ ਗਏ ਜੀ, ਨਸ਼ੇ ਬਿਨਾਂ ਰਹਿ ਨਹੀਂ ਸਕਦੇ। ਤਾਂ ਉਹਨਾਂ ਦੀ ਜਿਹੜੀ ਗਿਣਤੀ ਆ ਆਪਣੇ ਇੰਡੀਆ 'ਚ ਉਹ 2.7% ਹੈ ਜੀ। ਤੇ ਟੋਟਲ ਜਿਹੜੀ ਪਾਪੂਲੇਸ਼ਨ ਇੰਡੀਆ 'ਚ ਆ ਰਹੀ ਹੈ ਉਹ 2.9 ਕਰੋੜ ਹੈ। ਤੇ ਦੂਜੇ ਪਾਸੇ ਪੰਜਾਬ 'ਚ ਇਹ ਜਿਹੜੀ ਹੈਗੀ ਹੈ ਇਹ 6% ਹੈ ਤੇ 14 ਲੱਖ 50,000 ਨੇ ਜੀ, ਜਿਹੜੇ ਕਿ ਇਹ ਜਿਨ੍ਹਾਂ ਨੂੰ ਇਮੀਡੀਏਟਲੀ ਲੋੜ ਹੈ। ਇਹ ਅੰਕੜਾ ਦੇਖਣ ਦੀ ਇਸ ਕਰਕੇ ਲੋੜ ਹੈ, ਜਦੋਂ ਆਪਾਂ ਇਹਨੂੰ ਓਪੀਆਈਡ ਨਾਲ ਕੰਪੇਅਰ ਕਰਾਂਗੇ ਨਾ, ਤਾਂ ਸਾਨੂੰ ਮਾਤਰਾ ਦਾ ਪਤਾ ਲੱਗੂਗਾ ਵੀ ਇਹ ਜਿਹੜਾ ਸ਼ਰਾਬ ਹੈ। ਸੋ ਇਹਦੇ 'ਚ ਹੁਣ ਅੱਗੇ ਫਰਦਰ ਜਿਹੜੀ ਗੱਲ ਕਰਦੇ ਆਪਾਂ ਵੀ ਪੰਜਾਬ ਤੋਂ ਉੱਤੇ ਕਿਹੜੇ ਜਿਹੜੇ ਸੂਬੇ ਨੇ ਜਿਨ੍ਹਾਂ 'ਚ ਜ਼ਿਆਦਾ ਹੈ। ਜਿਵੇਂ ਹੁਣ ਆਪਾਂ ਇੱਥੇ ਦੱਸਿਆ ਵੀ 10.5% ਹੈ, ਤਾਂ ਸਾਡੇ ਕੋਲ ਅਰੁਣਾਚਲ ਪ੍ਰਦੇਸ਼ ਆ ਗਿਆ, ਉਹਦੇ 'ਚ 15.7% ਹੈ। ਛੱਤੀਸਗੜ੍ਹ ਹੈ 13.7% ਹੈ ਜੀ। ਤਾਂ ਪੰਜਾਬ ਇਹਨਾਂ ਤੋਂ 10.5% ਤੇ ਆਉਂਦਾ, ਤੀਜੇ ਨੰਬਰ ਤੇ ਆਉਂਦਾ। ਤੇ ਫਰਦਰ ਇੱਕ ਹੋਰ ਇੰਪੋਰਟੈਂਟ ਗੱਲ ਦੇਖਣ ਚਾਹੀ ਹੈ ਕਿ ਇਹਦੇ 'ਚ, ਕਿਉਂਕਿ ਇਹਨਾਂ ਕੋਲ 10 ਤੋਂ ਲੈ ਕੇ 15 ਸਾਲ ਤੱਕ ਬੱਚਿਆਂ ਦਾ ਵੀ ਡਾਟਾ ਸੀਗਾ ਜੀ, ਉਹਦੇ 'ਚ ਬੜੀ ਡਿਸਟਰਬਿੰਗ ਫਿਗਰ ਹੈ ਵੀ ਪੰਜਾਬ ਨੰਬਰ 1 ਹੈ ਬੱਚਿਆਂ 'ਚ ਸਟੇਟ ਲੈਵਲ ਤੇ ਸ਼ਰਾਬ 'ਚ।
ਉਧਰ ਬੱਚਿਆਂ ਦਾ ਜ਼ਿਆਦਾ ਰੁਝਾਨ ਹੈ, 6% ਹੈ, ਜਦੋਂ ਕਿ ਕੌਮੀ ਪੱਧਰ ਸਿਰਫ 2% ਹੈ। 10 ਤੋਂ 15 ਸਾਲ ਦੀ ਉਮਰ 'ਚ। ਹਾਂ, 10 ਤੋਂ 15 ਸਾਲ ਬੱਚੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਬੱਚਿਆਂ 'ਚ ਇਹ ਜ਼ਿਆਦਾ ਰੁਝਾਨ ਆਇਆ ਹੈ। ਤੇ ਵੈਸਟ ਬੰਗਾਲ 'ਚ ਇਹ 3.9 ਹੈ ਤੇ ਮਹਾਰਾਸ਼ਟਰ 3.8 ਹੈ। ਸੋ ਇਹ ਸਭ ਤੋਂ ਜ਼ਿਆਦਾ ਹੈ। ਸੋ ਇਹ ਸਾਨੂੰ ਬੜੀਆਂ ਚੀਜ਼ਾਂ ਨੋਟ ਕਰਨੀਆਂ ਚਾਹੀਦੀਆਂ ਜਦੋਂ ਅਸੀਂ ਪਾਲਿਸੀਜ਼ ਬਣਾਉਣੀਆਂ। ਜੀ ਜੀ। ਸੋ ਇਹ ਤੁਹਾਡਾ ਸ਼ਰਾਬ ਦਾ ਇਹ ਹੋ ਗਿਆ। ਤੇ ਜਿਹੜੇ ਨਾਲ ਆਪਾਂ ਤੁਲਨਾਤਮਕ ਹੁਣ ਅਧਿਐਨ ਤਾਂ ਕਰ ਤੁਲਨਾਤਮਕ ਆਪਾਂ ਕਰਤਾ ਇਹ। ਹਾਂਜੀ। ਇੱਕ ਪਾਸੇ ਆਪਾਂ ਨੇਸ਼ਨ ਲੈ ਲਈ, ਇੱਕ ਪਾਸੇ ਆਪਾਂ ਪੰਜਾਬ ਲੈ ਲਿਆ, ਤੇ ਨਾਲ ਉਹਨਾਂ ਨੂੰ ਦੱਸਤਾ ਵੀ ਇਹ ਜਿਹੜੀਆਂ ਸਟੇਟਸ ਨੇ ਇਹ ਸਾਡੇ ਤੋਂ ਉੱਤੇ ਨੇ। ਜੀ। ਤੇ ਨਾਲ ਹੀ ਜਿਹੜਾ ਹੁਣ ਤੁਸੀਂ ਸ਼ਰਾਬ ਦਾ ਸੀਗਾ, ਤੁਸੀਂ ਤੁਹਾਡੇ ਅੰਕੜੇ ਸ਼ਰਾਬ ਵਾਲੇ ਸੀਗੇ, ਜਿਹੜੇ ਤੁਸੀਂ ਭੰਗ, ਚਰਸ, ਗਾਂਜਾ ਜਾਂ ਸਿੰਥੈਟਿਕ, ਇਹ ਮੈਂ ਇੱਕ ਇੱਕ ਕਰਕੇ ਕਰ ਰਿਹਾ ਤਾਂ ਕਿ ਨਾ ਸਮਝਣ ਵਾਸਤੇ ਉਹ ਹੋ ਜੇ। ਹਾਂਜੀ। ਤੇ ਜਦੋਂ ਆਪਾਂ ਕੈਨੀਬਸ ਦਾ ਉਹ ਕਰਦੇ ਆ, ਇਹਦੇ ਚ ਭੰਗ, ਚਰਸ ਤੇ ਗਾਂਜਾ ਆ ਜਾਂਦਾ। ਇਹਦੇ ਚ ਜਿਹੜੇ ਭੰਗ ਪੀਣ ਵਾਲੇ ਬੰਦੇ ਨੇ ਇਹ ਇੰਡੀਆ ਲੈਵਲ ਤੇ 2.8% ਨੇ, ਤੇ ਗਿਣਤੀ ਚ ਆਪਾਂ ਲਈਏ ਇਹ 3.1 ਕਰੋੜ ਨੇ। ਜੀ। ਹੈ ਜੀ, ਪੀਣ ਵਾਲੇ। ਤੇ ਪੰਜਾਬ ਚ ਹੁਣ ਦੇਖੋ ਇਹ ਜਿਹੜੀ ਸੰਖਿਆ ਹੈ ਨਾ, ਇਹ 4 ਗੁਣਾ ਵੱਧ ਗਈ ਹੈ। ਇਹ 12.55% ਹੈ, ਤੇ 31 ਲੱਖ ਬੰਦੇ ਨੇ ਜਿਹੜੇ ਕਿ ਭੰਗ, ਚਰਸ, ਗਾਂਜਾ ਇਹ ਸਾਰਿਆਂ 'ਚ ਸੇਮ ਹੈ। ਤੇ ਇਹਦੇ 'ਚ ਅੱਗੇ ਫਰਦਰ ਜਿਹੜੀ ਹੈ ਨਾ, ਜਿਹੜੇ ਅਡਿਕਟ ਹੋ ਰਹੇ ਨੇ ਇਹਨਾਂ 'ਚੋਂ ਉਹ ਹੈਗੇ 1% ਤੋਂ ਵੀ ਘੱਟ ਨੇ, 0.66% ਨੇ। ਜੀ। ਹੈ ਜੀ। ਤੇ 72 ਲੱਖ ਸਾਰੇ ਹਿੰਦੁਸਤਾਨ 'ਚ ਨੇ। ਉਹਦੇ 'ਚੋਂ ਪੰਜਾਬ ਫੇਰ ਇਹ ਦੇਖੋ, ਪੰਜਾਬ ਫੇਰ 4 ਗੁਣਾ ਇਹਦੇ 'ਚ। ਜੀ। ਹੈ ਜੀ। ਇਹ 5.7 ਲੱਖ ਨੇ ਇਹ। ਤੇ ਜਿਹੜਾ ਡਿਪੈਂਡੈਂਟ ਵਾਲਾ ਹੈਗਾ ਵੀ ਟੋਟਲੀ ਆਦੀ ਜਿਹੜੇ ਉਹ ਨੇ ਉਹ ਹੈਗੇ 0.5% ਤੇ 25 ਲੱਖ ਨੇ ਸਾਰੇ ਹਿੰਦੁਸਤਾਨ 'ਚ। ਤੇ ਉਹਨਾਂ 'ਚੋਂ 1,05,000 ਨੇ ਪੰਜਾਬ 'ਚ, ਤੇ ਇਹ 0.42% ਨੇ। ਇਹ ਉਹਦੇ ਨਾਲੋਂ ਘੱਟ ਨੇ, ਆਪਣਾ ਦੁੱਗਣੇ ਨਾਲੋਂ ਨਾ ਵੀ ਘੱਟ ਨੇ। ਠੀਕ ਹੈ। ਤੇ ਇਹਦੇ 'ਚ ਫਰਦਰ ਜੇ ਆਪਾਂ ਅੱਗੇ ਇਹਨੂੰ ਸਟੱਡੀ ਕਰਨਾ ਚਾਹੀਏ ਤਾਂ ਜਿਹੜੇ ਇਹ ਭੰਗ ਪੀਣ ਵਾਲੇ ਨੇ ਉਹ ਜ਼ਿਆਦਾ ਨੇ ਚਰਸ ਤੇ ਗਾਂਜੇ ਵਾਲਿਆਂ 'ਚੋਂ। ਅੱਛਾ ਜੀ। ਹਾਂਜੀ। ਉਹ 2% ਬਣ ਜਾਂਦੇ ਨੇ, ਤੇ ਚਰਸ ਤੇ ਗਾਂਜਾ ਪੀਣ ਵਾਲੇ 1% ਨੇ। ਅੱਛਾ, ਫਿਰ ਇੱਕ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਜਿਵੇਂ ਜਿਹੜਾ ਰੁਝਾਨ ਹੈ ਨਾ, ਜਿਵੇਂ ਆਪਾਂ ਸ਼ਰਾਬ ਦਾ ਤੁਹਾਨੂੰ ਦੱਸਿਆ ਸੀਗਾ ਵੀ ਜੇ 100 ਪੀਣ ਵਾਲੇ ਨੇ ਤਾਂ ਉਹਦੇ ਪਿੱਛੇ 5 ਬੰਦੇ ਤਾਂ ਉਹ ਨੇ ਅਡਿਕਟ ਬਣਦੇ ਹੈ ਜੀ। ਤੇ ਪੰਜਾਬ 'ਚ ਦੱਸਿਆ ਸੀਗਾ ਵੀ ਜੇ 100 ਪੀਣ ਵਾਲੇ ਤਾਂ ਉਹਦੇ 44 ਬੰਦੇ ਬਣਦੇ ਨੇ। ਹੈ ਜੀ। ਤੇ ਇਹਦੇ 'ਚ ਜਿਹੜਾ ਰੁਝਾਨ ਹੈ ਨਾ, ਜਿਹੜਾ ਤਾਂ ਭੰਗ ਹੈ, ਇਹ ਸਭ ਤੋਂ ਸੇਫ ਨਸ਼ਾ ਹੈ। ਇਹਦੇ 'ਚ ਅਡਿਕਟ ਹੋਣ ਦੇ ਚਾਂਸਿਸ ਘੱਟ ਨੇ। ਹੈ ਜੀ। ਇਹ 100 ਚੋਂ ਸਿਰਫ 46 ਹੀ ਬਣਦੇ ਨੇ। ਇਹ 46 ਨਹੀਂ ਬਣਦੇ, ਇਹ 1/16 ਹੈ। 1/16। ਜੇ 16 ਬੰਦੇ ਭੰਗ ਪੀਂਦੇ ਤਾਂ ਸਿਰਫ ਇੱਕ ਨਸ਼ਾ ਹੀ ਬਣੂਗਾ। ਹੈ ਜੀ। ਤੇ ਜਿਹੜਾ ਦੂਜਾ ਜਿਹੜਾ ਹੁਣ ਇਹ ਉਹ ਹੈ ਚਰਸ ਤੇ ਗਾਂਜਾ, ਉਹਦੇ 'ਚ ਜਿਹੜਾ ਰੁਝਾਨ ਹੈ ਉਹ 7 ਪਿੱਛੇ 1 ਅਡਿਕਟ ਬਣੂਗਾ। ਸਮਝਦੇ ਨਹੀਂ? ਜੀ ਜੀ। ਸੋ ਇਹ ਥੋੜਾ ਜਿਹਾ ਜਿਹੜਾ ਭੰਗ ਵਾਲਾ ਨਸ਼ਾ ਹੈ ਨਾ, ਇਹ ਜੇ ਯੂਜ਼ ਕਰਨ ਲੱਗ ਜਾਏ ਤਾਂ ਬੰਦੇ ਬਹੁਤਾ ਫਿਰ ਉਹਦੇ 'ਚ ਫਸਦਾ ਨਹੀਂ, ਪਰ ਚਰਸ ਤੇ ਗਾਂਜਾ ਉਹ ਬਹੁਤ ਖਰਾਬ ਕਰਦਾ। ਇਹਦੇ 'ਚ ਜਿਹੜਾ ਹੈ ਨਾ ਆਪਣਾ ਕੈਨੇਬਿਸ ਜਿਹੜਾ ਹੈ ਨਾ, ਇਹ ਪੰਜਾਬ, ਉੱਤਰ ਪ੍ਰਦੇਸ਼ ਤੇ ਪੰਜਾਬ ਦੂਜੇ ਨੰਬਰ ਤੇ ਆ ਜਾਂਦਾ ਹੈ। ਜੀ। ਸਿੱਕਮ, ਛੱਤੀਸਗੜ੍ਹ ਤੇ ਹੋਰ ਆ ਜਾਂਦੇ ਨੇ। ਇਹ ਤਾਂ ਆ ਜਾਂਦਾ ਆਪਣਾ ਭੰਗ 'ਚ ਪੰਜਾਬ। ਪਰ ਜੇ ਦੂਜੇ ਪਾਸੇ ਦੇਖਣਾ ਹੈ ਨਾ, ਜਿਹੜਾ ਚਰਸ ਤੇ ਗਾਂਜਾ ਹੈ, ਉਹਦਾ ਜਿਹੜਾ ਸਭ ਤੋਂ ਜ਼ਿਆਦਾ ਰੁਝਾਨ ਹੈ ਨਾ, ਉਹ ਜਿਹੜੀਆਂ ਸਾਡੀਆਂ ਨਾਰਥ ਈਸਟ ਸਟੇਟਸ ਨੇ, ਜਿਹੜੀਆਂ ਆਪਣੀਆਂ ਮਨੀਪੁਰ, ਨਾਗਾਲੈਂਡ, ਮੇਘਾਲਿਆ ਤੇ ਹੋਰ ਤ੍ਰਿਪੁਰਾ, ਉਹ ਸਾਰੀਆਂ ਸਟੇਟਸ ਨੇ, ਉਹਨਾਂ 'ਚ ਇਹਨਾਂ ਚੀਜ਼ਾਂ ਦਾ ਸਭ ਤੋਂ ਜ਼ਿਆਦਾ ਰੁਝਾਨ। ਇਹਦੇ 'ਚ ਉੱਤਰ ਪ੍ਰਦੇਸ਼ ਪਹਿਲੇ ਨੰਬਰ ਤੇ ਹੈ। ਹਾਂ, ਇਹਦੇ 'ਚ ਉੱਤਰ ਪ੍ਰਦੇਸ਼ ਪਹਿਲੇ ਨੰਬਰ। ਜੀ ਜੀ। ਹਾਂਜੀ। ਉਹਦੇ 'ਚ ਇਹ ਇਸ ਤਰ੍ਹਾਂ ਲੈ ਲੈਂਦੇ ਨੇ ਵੀ ਨੰਬਰ ਆਫ ਅਡਿਕਟਸ ਕਿੰਨੇ ਨੇ ਇਹਦੇ 'ਚ, ਉਸ ਲੈਵਲ ਤੇ ਕਰਤਾ। ਸੋ ਇਹਦੇ 'ਚ ਵੀ ਆਪਾਂ ਦੂਜੇ ਨੰਬਰ ਤੇ। ਜੀ। ਇੱਕ ਗੱਲ ਮੇਰੇ ਉੱਦਾਂ ਜ਼ਿਹਨ 'ਚ ਆ ਰਹੀ ਹੈ, ਕੁਐਸਚਨ ਮੈਂ ਪੁੱਛਣਾ ਚਾਹੁੰਦਾ। ਜਿਹੜਾ ਇਹ ਤੁਸੀਂ ਸਟੱਡੀ ਦਾ ਜਿਹੜਾ ਸੋਰਸ ਸੀਗਾ, ਉਹ ਕੇਵਲ ਤੇ ਕੇਵਲ ਪੰਜਾਬ ਦੇ ਵਿੱਚ ਜਿਹੜੇ ਵਸਦੇ ਨੇ ਜਾਂ ਇੱਥੋਂ ਦੇ ਅਸਲ 'ਚ ਵਸਨੀਕ ਨੇ ਉਹਨਾਂ ਦੇ ਉੱਤੇ ਸਟੱਡੀ ਦਾ? ਹਾਂ, ਨੈਚੁਰਲੀ। ਕਿਉਂਕਿ ਬਹੁਤ ਸਾਰੇ ਲੋਕ ਬਾਹਰੋਂ ਵੀ ਆਏ ਹੋਏ ਨੇ ਜਿਹੜੇ ਉਹ ਨਸ਼ਾ ਕਰਦੇ ਨੇ, ਜਿੱਦਾਂ ਲੇਬਰ ਆ ਜਾਂਦੀ ਹੈ ਜਾਂ ਕੋਈ ਹੋਰ ਆ ਜਾਂਦਾ ਹੈ, ਉਹਨਾਂ ਨੂੰ ਤਾਂ ਨਹੀਂ ਪਾਰਟ ਬਣਾਇਆ ਹੋਇਆ?
ਉਹ ਵੀ ਬਣ ਜਾਂਦੇ, ਜੇ ਨਸ਼ਈ ਹੋਣਗੇ ਤਾਂ ਉਹ ਵੀ ਬਣ ਜਾਣਗੇ ਨਾ ਪਾਰਟ। ਸਮਝੇ? ਅੱਛਾ, ਫਿਰ ਇਹ ਜਿਹੜੀ ਤੁਹਾਡੀ ਵਿੱਚੋਂ ਤੁਹਾਡੀ ਗੱਲ ਟੁੱਕੀ ਆ, ਜਦੋਂ ਮੈਂ ਸਟੱਡੀ ਕੀਤੀ ਸੀ ਜੀ ਤਾਂ ਮੇਰੀ ਸਟੱਡੀ 'ਚ ਇਹ ਆਇਆ ਸੀ, ਮੇਰੇ ਸੈਂਪਲ 'ਚ ਇੱਕ ਵੀ ਮਾਈਗ੍ਰੈਂਟ ਲੇਬਰ ਨਹੀਂ ਆਇਆ ਸੀ ਜਿਹੜਾ ਬਾਹਰੋਂ ਆ ਕੇ ਕੰਮਕਾਰ ਕਰ ਰਹੇ ਨੇ, ਉਹਨਾਂ ਦਾ ਕੋਈ ਵੀ ਨਹੀਂ ਬੰਦਾ ਆਇਆ ਸੀ ਜੀ। ਫਿਰ ਜਿਹੜਾ ਮੇਰੇ ਕੋਲ ਇੱਕ ਹੋਰ ਇੰਪੋਰਟੈਂਟ ਫਾਈਂਡਿੰਗ ਆਈ ਸੀ ਜਿਹੜੀ ਮੇਰੀ ਸਟੱਡੀ ਦੀ, ਉਹ ਇਹ ਸੀਗੀ ਵੀ ਜਿੰਨੇ ਵੀ ਆਪਣੇ ਗਵਰਨਮੈਂਟ EMPLOYEES ਨੇ ਉਹਨਾਂ 'ਚ ਨਸ਼ਾ ਬਹੁਤ ਘੱਟ ਹੈ ਜੀ। ਉਹ 2.8% ਸੀਗੇ। ਕਿਉਂਕਿ ਜਿਹੜਾ ਇੱਕ ਇਹ ਹੈ ਵੀ ਜਿਹੜਾ ਬੰਦਾ ਖਾਂਦਾ ਕਮਾਉਂਦਾ ਆਪਣੇ ਕੰਮ ਲੱਗਿਆ ਆਪਣੀ ਜੀਵਨ 'ਚ ਸਫਲ ਹੈ, ਉਹ ਇਹਨਾਂ ਚੀਜ਼ਾਂ ਵੱਲ ਜਾਂਦਾ ਹੀ ਨਹੀਂ ਜੀ। ਜਿਹੜਾ ਬੰਦਾ ਆਪਣੇ ਜੀਵਨ 'ਚ ਫੇਲੂਅਰ ਹੈ, ਪੜ੍ਹਾਈ 'ਚ ਹੈ, ਕੰਮਕਾਜ 'ਚ ਹੈ, ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨਹੀਂ ਪੂਰੀਆਂ ਕਰ ਸਕਦਾ, ਉਹ ਇੱਧਰ ਉਹਦਾ ਰੁਝਾਨ ਇੱਧਰ ਨੂੰ ਜ਼ਿਆਦਾ ਵੱਧਦਾ। ਪਹਿਲਾਂ ਉਹ ਥੋੜ੍ਹਾ ਜਿਹਾ ਆਪਣਾ ਡੇ ਟੂ ਡੇ ਗਮ ਦੂਰ ਕਰਨ ਦੀ ਗੱਲ ਕਰਦਾ ਹੈ ਤੇ ਫਿਰ ਉਹ ਉਹਦੇ 'ਚ ਗ੍ਰਸਤਿਆ ਜਾਂਦਾ ਜੀ। ਸਮਝਦੇ ਨੇ ਜੀ? ਹੋਰ ਤੀਜੀ ਜਿਹੜਾ ਤੁਸੀਂ ਉਹ ਸਿੰਥੈਟਿਕ ਦਾ, ਤੀਜੀ ਜਿਹੜੀ ਕੈਟੇਗਰੀ ਆਪਣੇ ਕੋਲ ਸਿੰਥੈਟਿਕ ਦੀ ਹੈ, ਓਪੀਐਡ 'ਚ ਆਪਣੇ ਕੋਲ 3 ਚੀਜ਼ਾਂ ਆ ਜਾਂਦੀਆਂ ਨੇ ਮੇਨਲੀ। ਇੱਕ ਤਾਂ ਓਪੀਅਮ ਆ ਜਾਂਦੀ ਹੈ ਜਿਹਨੂੰ ਆਪਾਂ ਅਫੀਮ ਕਹਿ ਦਿੰਦੇ ਹਾਂ, ਹਾਂਜੀ। ਤੇ ਦੂਸਰਾ ਜਿਹੜਾ ਹੀਰੋਇਨ ਆ ਜਾਂਦੀ ਹੈ ਜੀ, ਹਾਂਜੀ। ਤੇ ਤੀਜਾ ਜਿਹੜਾ ਫਾਰਮਾਸਿਊਟੀਕਲ ਡਰੱਗਸ ਕਹਿ ਦਿੰਦੇ ਆਪਾਂ, ਜਿਵੇਂ ਪ੍ਰੋਕਸੀਡਿਨ, ਡਾਇਆਜ਼ੀਪਾਮ, ਇਹ ਜਿਹੜੀਆਂ ਸਾਰੀਆਂ ਆਉਂਦੀਆਂ ਨੇ, ਹਾਂਜੀ। ਇਹਨਾਂ ਨੂੰ ਜੇ ਆਪਾਂ ਓਪੀਐਡ ਨੂੰ ਇਨ ਟੋਟਲ ਕਰੀਏ ਤਾਂ ਇਹ ਦੇਖੋ, ਇਹ ਆਪਣੇ ਕੋਲ ਜਿਹੜੇ ਯੂਜ਼ਰ ਨੇ ਉਹ 2.1% ਨੇ ਤੇ ਇਹਨਾਂ ਦੀ ਮਾਤਰਾ ਜਿਹੜੀ ਆਪਣਾ ਆਲ ਇੰਡੀਆ ਲੈਵਲ ਤੇ ਉਹ 2.3 ਕਰੋੜ ਹੈ। ਤੇ ਆਪਣੇ ਪੰਜਾਬ 'ਚ ਇਹ ਹੈਗੀ 9.6%, 2 ਤੋਂ ਆਪਣਾ 4.5 ਗੁਣਾ ਜ਼ਿਆਦਾ ਹੈ ਜੀ, ਹਾਂਜੀ। ਤੇ 14.3 ਲੱਖ ਯੂਜ਼ਰ ਨੇ ਆਪਣੇ ਕੋਲ ਇਹਦੇ 'ਚ। ਤੇ ਹਾਰਮਫੁਲ ਵਾਲੇ ਨੇ 0.7%, 70 ਲੱਖ, 2.80 ਹਜ਼ਾਰ। ਇਹਦੇ 'ਚ ਵੀ ਆਪਣੇ ਹਾਰਮਫੁਲ 'ਚ ਵੀ 4 ਚੌਗਣਾ ਹੈ ਆਪਣਾ, 7.2 ਲੱਖ ਨੇ। ਤੇ ਜਿਹੜੇ ਡਿਪੈਂਡੈਂਟ ਨੇ, ਜਿਹੜੇ ਕਿ ਇਹਨਾਂ ਦੇ ਸਾਰਾ ਕੁਝ ਕਰਦੇ ਨੇ, ਉਹ 0.26% ਨੇ। ਤੇ ਆਪਣੇ ਟੋਟਲ ਹੈਗੇ 28 ਲੱਖ ਤੇ 1.28% ਨੇ, ਜਿਹਦੇ 'ਚ ਕਿ 3,32,000 ਜਿਹੜੇ ਕਿ ਆਪਣੇ ਓਪੀਆਡ ਦੇ ਡਿਪੈਂਡੈਂਟ ਬਣਦੇ ਨੇ। 2015 'ਚ ਇਹਨਾਂ ਨੇ ਸਟੱਡੀ ਕੀਤੀ ਸੀਗੀ, ਏਮਜ਼ ਵੱਲੋਂ ਸਟੱਡੀ ਕਰਾਈ ਸੀ ਪੰਜਾਬ ਤੇ, ਤਾਂ ਉਹਦੇ 2,32,000 ਆਏ ਸੀ। ਇਹਨਾਂ ਨੇ 3,32,000, ਕਿਉਂਕਿ ਇਹਨਾਂ ਨੇ 3-4 ਸਾਲ ਬਾਅਦ ਕੀਤੀ ਹੈ ਇਹ, ਹਾਂਜੀ। ਸੋ ਇਹਦੇ 'ਚ ਕੀ ਹੈ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਸ਼ਰਾਬ 'ਚ ਤਾਂ 100 ਚੋਂ 5% ਡਰੱਗ ਐਡਿਕਟ ਬਣਦੇ ਨੇ। ਤੇ ਇਹ ਜਿਹੜੇ ਨਸ਼ੇ ਨੇ, ਇਹਦੇ 'ਚ ਦੇਖਣ ਵਾਲੀ ਗੱਲ ਹੈ ਵੀ ਜਿਹੜੇ ਤਾਂ ਨਸ਼ੇ ਸਿੰਥੈਟਿਕ ਨੇ, ਉਹ ਤੁਹਾਡਾ ਮੇਨਲੀ, ਜੇ ਆਪਾਂ ਪਿੱਛੇ ਵੀ ਆਪਾਂ ਝਾਤ ਮਾਰੀਏ ਨਾ, ਵੀ ਪਹਿਲਾਂ ਵੀ ਨਸ਼ੇ ਤਾਂ ਪੀਂਦੇ ਸੀ ਪਰ ਇੰਨੇ ਨਸ਼ੇ ਕਰਨ ਵਾਲੇ ਸੀ। ਜਦੋਂ ਤੋਂ ਸਾਡਾ ਸਿੰਥੈਟਿਕ ਨਸ਼ਾ ਆਇਆ ਹੈ, ਉਦੋਂ ਤੋਂ ਸਾਡੇ ਜਿਹੜੇ ਪ੍ਰੋਬਲਮ ਤੇ ਡਿਪੈਂਡੈਂਟ ਦੀ ਮਾਤਰਾ ਵਧੀ ਹੈ ਜੀ। ਕਿਉਂਕਿ ਇਹ ਨਸ਼ੇ ਇਹੋ ਜਿਹੇ ਨੇ, ਜੇ ਇੱਕ ਵਾਰੀ ਲੱਗ ਜੇ ਤਾਂ ਫਿਰ ਛੁੱਟਦੇ ਨਹੀਂ ਤੇ ਹੋਰ ਤੋਂ ਹੋਰ ਹੋਵੇ। ਸੋ ਇਹਦੇ 'ਚ ਜੇ ਆਪਾਂ ਦੇਖੀਏ ਵੀ ਇਹਨਾਂ ਦਾ ਰੁਝਾਨ ਕਿਵੇਂ ਬਣਦਾ, ਜਿਵੇਂ ਆਪਾਂ ਉਧਰ ਕੈਨੇਬਿਸ ਦਾ ਦੇਖਿਆ ਸੀ ਨਾ, ਭੰਗ ਦਾ ਦੇਖਿਆ ਸੀਗਾ। ਭੰਗ ਦਾ ਜਿਹੜਾ ਹੈਗਾ ਕਿ ਉਹ ਵੀ ਸੇਫ ਹੈ, ਬਿਲਕੁਲ ਵੀ 16 ਪਿੱਛੇ ਇੱਕ ਬੰਦਾ ਹੀ ਐਡਿਕਟ ਬਣਦਾ। ਇਹਦੇ 'ਚ ਤਾਂ 2 ਪਿੱਛੇ 1 ਬਣ ਜਾਂਦਾ, 50% ਹੈ ਜੀ। ਤੇ ਫਿਰ ਥੋੜਾ ਜਿਹਾ ਘੱਟ ਫਾਰਮਾਂ 'ਚ ਬਣਦਾ ਜਿਹੜੇ ਗੋਲੀਆਂ ਵਾਲਾ, ਫਿਰ ਸਭ ਤੋਂ ਘੱਟ ਅਫੀਮ 'ਚ ਬਣਦਾ। ਇਹਨਾਂ ਓਪੀਐਡਸ ਜਿਹੜੀ ਸਭ ਤੋਂ ਜ਼ਿਆਦਾ ਸੇਫ ਹੈ ਨਾ ਡਰੱਗ, ਉਹ ਅਫੀਮ ਹੈ ਜੀ। ਸੋ ਇਹਦੇ 'ਚ ਜਿਹੜਾ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬ ਜਿਹੜਾ ਹੈਗਾ, ਜਦੋਂ ਤਾਂ ਆਪਾਂ ਗੱਲ ਕਰਦੇ ਨਾ ਨੰਬਰ 'ਚ, ਵੀ ਨੰਬਰਾਂ 'ਚ, ਤਾਂ ਪੰਜਾਬ ਦੂਜੇ ਨੰਬਰ ਤੇ ਆ ਜਾਂਦਾ। ਉੱਤਰ ਪ੍ਰਦੇਸ਼ ਸਾਡੇ ਤੋਂ ਉੱਤੇ ਹੈ, ਪਰ ਉਹ ਕਿਉਂਕਿ ਉਹ ਕਰਨਾ ਠੀਕ ਨਹੀਂ ਹੁੰਦਾ। ਉਹਦੇ ਨਾਲ ਅਸੀਂ ਪਰਸੈਂਟੇਜ ਲੈ ਲੈਂਦੇ ਵੀ ਕਿੰਨੀ % ਪਾਪੂਲੇਸ਼ਨ ਤੁਹਾਡੇ ਉਹ ਹੈ। ਉਹ ਜਦੋਂ ਆਪਾਂ ਪਰਸੈਂਟੇਜ ਦੀ ਪਾਪੂਲੇਸ਼ਨ ਲੈਂਦੇ ਹਾਂ ਨਾ, ਤਾਂ ਇਹ ਸਾਡਾ 6ਵੇਂ ਨੰਬਰ ਤੇ ਆਉਂਦਾ ਪੰਜਾਬ ਓਪੀਐਡ 'ਚ, ਹੈ ਜੀ। ਇਹ ਸਾਰੀਆਂ ਜਿਹੜੀਆਂ ਨਾਰਥ ਈਸਟ ਸਟੇਟਸ ਨੇ ਦੇ ਨਾਲ ਹੀ ਪੰਜਾਬ, ਹਰਿਆਣਾ, ਦਿੱਲੀ ਵੀ ਸਾਡੇ ਤੋਂ ਘੱਟ ਨਹੀਂ ਹੈਗਾ। ਦਿੱਲੀ, ਹਰਿਆਣਾ, ਹਾਂ, ਦਿੱਲੀ, ਹਰਿਆਣਾ, ਪੰਜਾਬ ਸਾਡੇ ਤੋਂ ਘੱਟ ਨਹੀਂ। ਇਹਦੇ 'ਚ ਹੋਰ ਵੀ ਇੱਕ ਸਟੱਡੀ ਹੋਈ ਹੈ ਜਿਹਦੇ 'ਚ ਪਿੱਛੇ ਵੀ ਜਿਵੇਂ ਓਵਰਡੋਜ਼ ਦੀ ਹੈ ਨਾ, ਜਿਵੇਂ ਆਪਣੇ ਰੌਲਾ ਪੈਂਦਾ ਜੀ ਓਵਰਡੋਜ਼ ਲੈ ਕੇ ਹੋ ਗਿਆ, ਤਾਂ ਉਹ ਵੀ ਸਟੱਡੀ ਹੋਈ, ਡਾਟਾ ਹੈਗਾ ਵੀ ਪੰਜਾਬ 6ਵੇਂ ਨੰਬਰ ਤੇ ਹੈ ਓਵਰਡੋਜ਼ ਮਰਨ ਵਾਲਿਆਂ 'ਚ।
ਹਾਂਜੀ। ਜੀ ਜੀ। ਸੋ ਇਸ ਕਰਕੇ ਫਿਰ ਉਹਦੇ 'ਚ ਇਹ ਹੈ, ਇੱਕ ਹੋਰ ਸਟੱਡੀ ਹੋਈ ਸੀਗੀ, ਪਾਰਲੀਮੈਂਟ 'ਚ ਡਾਟਾ ਆਇਆ ਸੀਗਾ ਵੀ ਇਹ ਅਲਕੋਹਲ ਕਰਕੇ ਕਿੰਨੇ ਉਹ ਸੁਸਾਈਡ ਕਰਦੇ ਨੇ। ਉਹਦੇ 'ਚ ਵੀ ਪੰਜਾਬ ਦਾ ਜਿਹੜਾ ਰੇਟ ਆਫ ਸੁਸਾਈਡ ਸੀ ਉਹ ਨੈਸ਼ਨਲ ਲੈਵਲ ਤੋਂ ਵੀ ਘੱਟ ਸੀ, ਤੇ ਸਭ ਤੋਂ ਜ਼ਿਆਦਾ ਕੇਰਲਾ ਦਾ ਸੀ। ਬੜੇ ਹੈਰਾਨੀ ਗੁਣ ਗੱਲ ਹੈ ਜਿਹਦਾ ਕੇਰਲਾ ਦੀ ਗੱਲ ਕਰਦੇ ਜਿੱਦਾਂ ਤੁਸੀਂ। ਹਾਂਜੀ, ਹਾਂ। ਸੁਸਾਈਡ ਕੇਸ ਦੇ ਵਿੱਚ ਸਭ ਤੋਂ ਵੱਧ ਕੇਰਲਾ 'ਚ ਵੈਸੇ ਵੀ ਰੇਟ ਆਫ ਸੁਸਾਈਡ ਹਾਈ ਹੈ। ਓਕੇ। ਇਹਦੇ 'ਚ ਇਹਦੇ 'ਚ ਇਹ ਵੀ ਗੱਲ ਆ ਜਾਂਦੀ ਹੈ ਕਿ ਜਿੰਨੀ ਜ਼ਿਆਦਾ ਸੈਂਸਿਟਿਵ ਸਟੇਟ ਪੜ੍ਹੇ ਲਿਖੇ ਹੋਣ ਨਾ ਬੰਦੇ, ਉਨੇ ਜ਼ਿਆਦਾ ਸੈਂਸਿਟਿਵ ਹੁੰਦੇ ਨੇ। ਜੀ ਜੀ ਜੀ। ਹਾਂਜੀ। ਤੁਹਾਡੀ ਸਟੱਡੀ ਦਾ ਇੱਕ ਹੋਰ ਪਾਰਟ ਜਿਹੜਾ ਹੈਗਾ ਸਿੰਥੈਟਿਕ ਤੇ ਸ਼ਰਾਬ ਤੇ ਖਰਚ ਦੀ ਗੱਲ ਕਰੀਏ, ਵਿੱਤੀ ਆਪਾਂ ਗੱਲ ਕਰਦੇ ਉਹਦੇ ਤੁਲਨਾ ਕਰੀਏ ਉਹਦੀ। ਹਾਂਜੀ ਹਾਂ। ਉਹਦੇ ਬਾਬਤ ਤੁਹਾਡਾ ਕੀ ਵਿਚਾਰ ਹੈ? ਉਹਦੇ 'ਚ ਇਹ ਹੈ, ਕਿਉਂਕਿ ਦੇਖੋ ਆ ਜਦੋਂ ਆਪਾਂ ਓਪੀਆਈਡ ਦੀ ਗੱਲ ਕਰਦੇ ਜੀ, ਇਹ ਜਿਹੜਾ ਸਾਰਾ ਨਸ਼ਾ ਹੈ ਇਹ ਸਾਰਾ ਇਲੀਗਲ ਹੈ। ਹਾਂਜੀ। ਤੇ ਇਲੀਗਲ ਦੇ ਬੇਸਿਸ ਤੇ ਉਹਨਾਂ ਨੇ ਖਰਚਾ ਕੱਢਿਆ 2015 ਦੀ ਜਿਹੜੀ ਸਟੱਡੀ ਸੀਗੀ ਆਪਣਾ PGI ਵਾਲਿਆਂ ਦੀ, ਤੇ ਉਹਨਾਂ ਨੇ ਇਹ ਕੱਢਿਆ ਸੀਗਾ ਵੀ 20 ਕਰੋੜ ਰੁਪਏ ਦੀ ਡੇਲੀ ਇਹ ਨਸ਼ਾ ਪੱਤਾ ਕਰਦੇ ਨੇ ਪੰਜਾਬ ਦੇ ਲੋਕ। ਸ਼ਰਾਬ ਤੋਂ ਲੈ ਕੇ ਨਾ ਸਿਰਫ ਜਿਹੜਾ ਹੈ ਨਾ ਓਪੀਆਈਡ ਦਾ ਜਿਹੜਾ ਨਸ਼ਾ ਕਰਨ ਵਾਲੇ ਨੇ ਉਹ 20 ਕਰੋੜ ਦਾ ਨਸ਼ਾ ਖਾ ਪੀ ਜਾਂਦੇ ਨੇ ਰੋਜ਼ਾਨਾ। ਜੀ ਜੀ ਜੀ। ਠੀਕ ਹੈ ਨਹੀਂ? ਠੀਕ ਹੈ। ਤੇ ਉਹਨਾਂ ਨੇ ਕੱਢਿਆ ਸੀਗਾ ਵੀ 7,525 ਜਿਹੜੇ ਨੇ ਨਾ ਤੁਹਾਡੇ ਆਪਣੇ ਕਰੋੜ ਪੰਜਾਬ ਇਹ ਤੇ ਸਪੈਂਡ ਕਰਦਾ, ਤੇ ਇਹ ਉਹਨਾਂ ਨੇ ਇੱਕ ਬੇਸਿਸ ਵੀ ਬਣਾਇਆ ਸੀ ਵੀ ਸਾਨੂੰ ਇਸ ਨੂੰ ਨੱਥ ਪਾਣੀ ਚਾਹੀਦੀ। ਠੀਕ ਹੈ। ਤੇ ਹੁਣ ਦੂਜੇ ਪਾਸੇ ਸਾਡੇ ਕੋਲ ਕੀ, ਜਦੋਂ ਆਪਾਂ ਇਹਨੂੰ ਕੰਪੈਰੀਜ਼ਨ ਕਰਦੇ ਹਾਂ ਨਾ, ਤਾਂ ਉਹਦੇ 'ਚ ਇਹ ਨਿਕਲ ਕੇ ਆਉਂਦਾ ਕਿ ਜਿਹੜਾ ਸ਼ਰਾਬ ਤੇ ਖਰਚਾ ਹੁੰਦਾ, ਸ਼ਰਾਬ ਦਾ ਤਾਂ ਸਾਡੇ ਕੋਲ ਇਲੀਗਲ ਵੀ ਹੈ ਤੇ ਲੀਗਲ ਵੀ ਹੈਗਾ। ਜਦੋਂ ਆਪਾਂ ਉਹ ਡਾਟਾ ਇਕੱਠਾ ਕਰਦੇ ਹਾਂ ਐਕਸਾਈਜ਼ ਡਿਪਾਰਟਮੈਂਟ ਤੋਂ, ਤਾਂ ਸਾਨੂੰ ਇਹ ਮਿਲਦਾ ਐਤਕੀ ਇਹਨਾਂ ਨੇ ਐਸਟੀਮੇਟ ਲਾਇਆ ਹੈ ਕਿ 7,000 ਕਰੋੜ ਰੁਪਇਆ ਸਾਨੂੰ ਐਕਸਾਈਜ਼ ਡਿਊਟੀ ਮਿਲੂਗੀ। ਜੀ। ਜੇ 7,000 ਕਰੋੜ ਰੁਪਇਆ ਸਾਨੂੰ ਡਿਊਟੀ ਮਿਲੂਗੀ ਐਕਸਾਈਜ਼ ਤੋਂ, ਤਾਂ 19 ਕਰੋੜ ਰੁਪਇਆ ਡੇਲੀ ਸਾਨੂੰ ਸਰਕਾਰ ਨੂੰ ਇਨਕਮ ਹੈ ਸ਼ਰਾਬ ਵੇਚਣ ਦੀ। ਤਾਂ ਹੀ ਇਹਨੂੰ ਜਿਹੜਾ ਤੁਸੀਂ ਗੱਲ ਕੀਤੀ ਹੈ ਉਹ ਨਸ਼ੇ ਦੀ ਕੈਟਾਗਰੀ ਚੋਂ ਬਾਹਰ ਕੱਢਿਆ। ਹਾਂ, ਤਾਂ ਹੀ ਨਸ਼ੇ ਦੀ ਕੈਟਾਗਰੀ ਚੋਂ ਬਾਹਰ ਕੀਤਾ ਹੈ। ਤਾਂ ਇਹਦੇ ਨਾਲ ਤੇ ਫਿਰ ਇਹਨੂੰ ਜੇ ਆਪਾਂ ਇਹਦੇ ਮੁਕਾਬਲੇ 'ਚ ਕਰੀਏ ਵੀ ਇੱਕ ਸਾਲ 'ਚ 7,525 ਕਰੋੜ ਰੁਪਏ ਦੀ ਨਸ਼ੇ ਕਰ ਜਾਂਦੇ ਨੇ, ਓਪੀਆ ਸਿੰਥੈਟਿਕ ਨਸ਼ਾ ਖਾ ਜਾਂਦੇ ਨੇ, ਤਾਂ ਮੈਂ ਉਹਦੇ 'ਚ ਇਹ ਕੈਲਕੂਲੇਟ ਕੀਤਾ ਕਿ ਜੇ ਅਸੀਂ 7,000 ਕਰੋੜ ਰੁਪਏ ਦੇ ਨਾਲ ਲਾਈਏ, 19 ਕਰੋੜ ਡੇਲੀ ਐਕਸਾਈਜ਼ ਨਾਲ ਲਾਈਏ, ਸਮਝ ਲਓ ਕਿ 12.5% ਐਕਸਾਈਜ਼ ਡਿਊਟੀ ਲੱਗਦੀ ਹੈ, ਤਾਂ ਪੰਜਾਬ 'ਚ 152 ਕਰੋੜ ਦੀ ਸ਼ਰਾਬ ਰੋਜ਼ਾਨਾ ਪੀ ਜਾਂਦੀ ਹੈ। ਸਮਝ ਗਏ ਨਹੀਂ ਜੀ? ਸੋ ਰੋਜ਼ਾਨਾ ਪੀ ਜਾਂਦੀ ਹੈ, ਤੇ ਉਹ ਜਦੋਂ ਰੋਜ਼ਾਨਾ ਪੀ ਜਾਂਦੀ ਹੈ ਤੇ ਫਿਰ ਸਾਲ 'ਚ ਕਿੰਨੀ ਬਣਦੀ ਹੈ, ਉਹ ਮੈਂ ਕੈਲਕੂਲੇਟ ਕਰਕੇ ਦੇਖਿਆ 55,000 ਕਰੋੜ ਰੁਪਏ ਦੀ ਸ਼ਰਾਬ ਪੀ ਜਾਂਦੀ ਹੈ। ਇਹ ਸਾਰੀ ਲੀਗਲ ਹੈ। ਜਿਹੜੀਆਂ ਬਾਕੀਆਂ ਫੈਕਟਰੀਆਂ ਇਲੀਗਲ ਚੱਲਦੀਆਂ ਨੇ, ਜਿਹੜੀਆਂ ਕਿ ਹੋਮ ਡਿਲੀਵਰੀ ਹੋਈ ਹੈ, ਯਾਨੀ ਕਿ ਕਰੋਨਾ 'ਚ ਵੀ ਮੈਨੂੰ ਪਤਾ ਲੱਗਿਆ ਸੀਗਾ, ਮੈਂ ਆਪਣੇ ਪਿੰਡ ਵੀ ਗਿਆ ਸੀ। ਹਾਂਜੀ, ਕਰੋਨਾ ਸਮਗਲਿੰਗ ਹੁੰਦੀ ਹੈ ਜਾਂ ਘਰਾਂ 'ਚ ਕੱਢੀ ਜਾਂਦੇ ਨੇ ਲੋਕ। ਤੇ ਮੈਂ ਪੁੱਛਿਆ ਆਪਣੇ ਕਜ਼ਨ ਨੂੰ, ਮੈਂ ਕਿਹਾ ਭਾਈ ਇੱਥੇ ਹੁਣ ਤੁਹਾਨੂੰ ਸ਼ਰਾਬ ਸ਼ਰੂਬ ਦਾ ਕੀ ਆ? ਕਹਿੰਦੀ ਹੁਣ ਤਾਂ ਬੜਾ ਕੰਮ ਸੌਖਾ ਹੋ ਗਿਆ, ਕਰੋਨਾ 'ਚ ਹੋਮ ਡਿਲੀਵਰੀ ਆ ਜਾਂਦੀ ਜੀ। ਸੋ ਉਹ ਹੋਮ ਡਿਲੀਵਰੀ ਹੈ ਜਿਹੜੀ ਸਾਰੀ ਆ ਇਲੀਗਲ, ਜਿੰਨੀਆਂ ਆਪਣੀਆਂ ਫੈਕਟਰੀਆਂ ਫੜੀਆਂ ਗਈਆਂ ਨੇ। ਯਾਨੀ ਕਿ ਇਹ ਐਸਟੀਮੇਟ ਹੈ ਕਿ ਵੀ ਜਿੰਨੀ ਸ਼ਰਾਬ ਆਪਣਾ ਇਹ ਸਰਕਾਰੀ ਤੌਰ 'ਤੇ ਵਿਕਦੀ ਹੈ, ਉਨੀ ਉਹ ਇਲੀਗਲ ਵਿਕੀ ਜਾਂਦੀ ਹੈ, ਕਿਉਂਕਿ ਉਹ ਸਸਤੀ ਹੈ। ਸਸਤੀ ਕਰਕੇ ਲੋਕ ਜ਼ਿਆਦਾ ਉਹ ਕਰਦੇ ਨੇ, ਇਸੇ ਕਰਕੇ ਆਪਣਾ ਸਸਤੀ ਕਰਕੇ ਉਹ ਮਿਕਸਚਰ ਵੀ ਕਰਦੇ ਨੇ, ਫਿਰ ਉਹ ਕੁਛ ਡਿਫਾਲਟ ਵੀ ਆ ਜਾਂਦਾ। 130 ਬੰਦੇ ਵੀ ਮਰ ਗਏ ਸੀ। ਸੋ ਉਹ ਸਾਰਾ ਕੁਝ ਜਿਹੜਾ ਹੈ ਨਾ, ਉਹ ਇਹ ਸਾਰਾ ਕੁਝ ਇਹ ਪ੍ਰੂਵ ਕਰਦਾ ਹੈ ਕਿ ਵੀ ਜਿੱਥੇ ਤਾਂ ਜ਼ਿਆਦਾ ਹੁਣ ਉਹਦੇ 'ਚ, ਜਿਵੇਂ ਮੈਂ ਹੁਣ ਕੈਲਕੂਲੇਟ ਕਰਕੇ ਤੁਹਾਨੂੰ ਦੱਸਿਆ ਸੀ ਵੀ ਸ਼ਰਾਬ 'ਚ ਜਿਹੜੇ ਨੇ ਸਾਡੇ ਜਿਨ੍ਹਾਂ ਨੂੰ ਪ੍ਰੋਬਲਮ 'ਚ ਗਰਸੇ ਹੋਏ ਨੇ, ਉਹ 27 ਲੱਖ ਬੰਦੇ ਨੇ ਜਿਹੜੇ ਕਿ ਡਿਪੈਂਡੈਂਟ ਨੇ ਤੇ ਪ੍ਰੋਬਲਮ ਵਾਲੇ ਨੇ। ਤੇ ਜਿਹੜੇ ਡਰੱਗ ਆਪਣਾ ਦੂਸਰੇ ਓਪੀਆਈਡ ਵਾਲੇ ਨੇ, ਉਹ 3,32,000 ਨੇ।
ਸੋ ਤੁਸੀਂ ਦੇਖ ਲਓ ਵੀ ਜਿਹੜਾ ਸਾਡਾ ਯਾਨੀ ਕਿ ਸਰਕਾਰ ਦਾ ਜਿਹੜਾ ਪਾਲਿਸੀ ਹੈ ਉਹ ਅਸੀਂ 3,32,000 ਦਾ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦਾ ਨਹੀਂ ਹੋਣਾ ਚਾਹੀਦਾ, ਪਰ ਮੈਂ ਇਹ ਕਹਿੰਦਾ ਵੀ ਤੁਸੀਂ ਜੇ ਕਬੂਤਰ ਨੂੰ ਦੇਖ ਕੇ, ਜੇ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੂਗਾ ਤਾਂ ਉਹਦੀ ਜਾਨ ਨਹੀਂ ਬਚਦੀ। ਇਸੇ ਤਰ੍ਹਾਂ ਸਾਡੀ ਸਰਕਾਰ ਨੇ ਇਹ ਕੀਤਾ ਹੋਇਆ ਵੀ ਸਾਡੀ ਪ੍ਰੋਬਲਮ ਨੂੰ ਇਨ ਟੋਟੈਲਿਟੀ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਜੀ ਬਿਕੋਜ਼ ਆਫ देयर ਵੈਸਟਡ ਇੰਟਰਸਟ। ਕਿਉਂਕਿ ਉਹਨਾਂ ਨੂੰ ਇਹਦੇ ਚੋਂ ਫਾਇਦਾ ਬੜਾ ਹੈ। ਜਿਵੇਂ ਪਿੱਛੇ ਜੇ ਸੀਗਾ ਨਾ, ਜੇ ਅਸੀਂ ਇਹਦਾ ਹੋਰ ਅੱਗੇ ਫਰਦਰ ਐਨਾਲਿਸਿਸ ਕਰੀਏ ਨਾ ਐਕਸਪੈਂਡੀਚਰ ਦਾ, ਵੀ ਕਿੰਨੀ ਐਕਸਾਈਜ਼ ਡਿਊਟੀ ਆ, ਤਾਂ ਪਿਛਲੇ ਤੁਸੀਂ ਦੇਖੋਗੇ 4-5 ਸਾਲਾਂ 'ਚ ਨਾ ਵੱਧਦੀ ਘਟ ਗਈ ਸੀ ਜੀ। ਉਹ ਵੱਧਦੀ ਘਟੀ ਤਾਂ ਹੈ ਕਿ ਵੀ ਉਹ ਪ੍ਰਾਈਵੇਟ ਜ਼ਿਆਦਾ ਆਪਰੇਟ ਕਰਨ ਲੱਗ ਗਏ ਸੀ। ਹੁਣ ਇਹਨਾਂ ਨੇ ਵਧਾਈ ਹੈ 7,000 ਕਰੋੜ ਰੁਪਇਆ, ਪਿੱਛੇ ਤਾਂ 2016 ਤੋਂ ਬਾਅਦ ਤਾਂ ਇਹ ਕਾਫੀ ਘਟੀ ਸੀਗੀ ਜੀ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਨਸ਼ੇ ਦੀ ਸਮੱਸਿਆ ਨੂੰ ਜਾਣਨਾ ਹੈ ਤਾਂ ਉਹਦੇ ਸਾਰੇ ਪੱਖਾਂ ਤੋਂ, ਵਿਗਿਆਨਕ ਪੱਖ ਤੋਂ ਲੈ ਕੇ ਸਾਰੇ ਡਾਟੇ ਲੈ ਕੇ ਉਹਨਾਂ ਨੂੰ ਐਨਾਲਾਈਜ਼ ਕਰਕੇ ਉਹਦੇ ਬੇਸਿਸ ਤੇ ਆਪਣੀ ਪਾਲਿਸੀ ਬਣਾਓ ਜੀ। ਕਿਉਂਕਿ ਜੇ ਕੋਈ ਵੀ ਜਿਹੜਾ ਚੰਗਾ ਡਾਕਟਰ ਹੈ ਤਾਂ ਉਹ ਪਹਿਲਾਂ ਤੁਹਾਡੇ ਟੈਸਟ ਕਰਾਊਗਾ, ਟੈਸਟ ਦੇ ਬੇਸਿਸ ਤੇ ਤੁਹਾਨੂੰ ਡਾਇਗਨੋਜ਼ ਕਰੂਗਾ, ਡਾਇਗਨੋਜ਼ ਦੇ ਬੇਸਿਸ ਤੇ ਤੁਹਾਨੂੰ ਉਹ ਪ੍ਰਸਕ੍ਰਾਈਬ ਕਰੂਗਾ ਜੀ। ਤੇ ਇੱਥੇ ਸਾਡੀ ਸਮੱਸਿਆ ਵੀ ਅਸੀਂ ਤਾਂ ਡਾਇਗਨੋਜ਼ ਹੀ ਨਹੀਂ ਪ੍ਰੋਪਰ ਕਰ ਰਹੇ। ਜੇ ਡਾਇਗਨੋਸਿਸ ਪ੍ਰੋਪਰ ਨਹੀਂ ਤਾਂ ਦਵਾਈ ਸਾਡੀ ਕੀ ਕਰੂਗੀ? ਯਾਨੀ ਕਿ ਅਸੀਂ 27 ਲੱਖ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡੀ ਜਾਂਦੇ ਹਾਂ, ਤੇ ਜਿਹੜੇ ਦੂਜੇ ਨੇ 3 ਲੱਖ ਨੇ ਉਹ ਕਰਦੇ। ਸੋ ਇਹ ਜਿਹੜਾ ਹੈ ਨਾ, ਇਹ ਆਪਾਂ ਅਗਲੇ ਉਸ ਐਪੀਸੋਡ 'ਚ ਕਰਾਂਗੇ ਵੀ ਸਰਕਾਰ ਨੇ ਇਹਨੂੰ ਜਿਹੜੀ ਸਮੱਸਿਆ ਹੈ ਨਾ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਕੁਐਸਚਨ ਹੋਰ ਇੱਥੇ, ਜਿਹੜੀ ਪੰਜਾਬ ਨੂੰ ਆਪਾਂ ਕਹਿੰਦੇ ਕਿ ਇੱਕ ਤਰ੍ਹਾਂ ਬਦਨਾਮ ਹੀ ਕੀਤਾ ਗਿਆ, ਇਹ ਉਹ 3 ਲੱਖ ਬੇਸ ਤੇ ਹੀ ਕੀਤਾ ਗਿਆ, ਜਿਹੜੇ 3 ਲੱਖ 3 ਲੱਖ ਦੇ ਬੇਸ ਤੇ ਕੀਤਾ ਹੋਇਆ। ਉਹ 2,32,000 ਹੀ ਸੀ ਉਹਨਾਂ ਦੇ ਬੇਸ ਤੇ ਹੀ। ਨਹੀਂ, ਉਹ ਬਦਨਾਮ ਜਦੋਂ ਹੋ ਗਿਆ ਨਾ, ਉਹ ਬਦਨਾਮ ਜਿਹੜੀ ਮੇਰੀ ਸਟੱਡੀ ਸੀਗੀ ਨਾ, ਜਿਹੜੀ ਮਿਸਕੋਟ ਕੀਤੀ ਸੀ ਵੀ 75%। ਹੈ ਜੀ। ਤੇ 75% ਦਾ ਤਾਂ ਮਤਲਬ ਹੈ ਵੀ ਤੁਸੀਂ ਯਾਨੀ ਕਿ ਸਾਰੇ ਬੰਦੇ ਤੁਹਾਡੇ ਘਰ ਦੇ ਇੱਕ ਬੰਦਾ ਹੀ ਬਚਿਆ 4 ਚੋਂ। ਬਿਲਕੁਲ ਹਾਂਜੀ। ਸੋ ਉਹ ਜਿਹੜੀ ਮਿਸਕੋਟ ਹੈ, ਜਾਂ ਡਾਟੇ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਗਿਆ, ਸਮਝਿਆ ਨਹੀਂ ਗਿਆ, ਕਿਸੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੀ ਸਰਕਾਰ ਦੀ ਜਿਹੜੀ ਨੀਤੀ ਹੈ ਵੀ ਉਹ ਪੁਲਿਸ ਦੇ ਥਰੂ ਸਮਝਣਾ ਤੇ ਬਿਊਰੋਕਰੇਟ ਦੇ ਥਰੂ ਕਰਨਾ। ਜਿਹੜੇ ਤੁਹਾਡੇ ਪੜ੍ਹੇ ਲਿਖੇ ਯੂਨੀਵਰਸਿਟੀਆਂ 'ਚ ਬੰਦੇ ਨੇ ਉਹਨਾਂ ਐਕਸਪਰਟ ਤੋਂ ਓਪੀਨੀਅਨ ਨਹੀਂ ਲੈਣਾ, ਤੇ ਉਹਦੇ ਕਰਕੇ ਇਹ ਸਾਰਾ ਕੁਝ ਹੋਇਆ ਜੀ। ਪ੍ਰੋਫੈਸਰ ਸਾਹਿਬ, ਇੱਕ ਲਾਸਟ ਜਿਹੜਾ ਕੁਐਸਚਨ ਆਪਾਂ ਦਰਸ਼ਕਾਂ ਦੇ ਰੂਬਰੂ ਕਰ ਦਈਏ ਕਿ ਜਿਹੜਾ ਸਿੱਖਣ ਦੀ ਕੀ ਲੋੜ ਹੈ ਇਸ ਸਾਰੇ ਅਧਿਐਨ ਦੇ ਵਿੱਚੋਂ, ਕਹਿ ਲਓ, ਜਾਂ ਪੰਜਾਬ ਦੇ ਲਈ ਕੀ ਸਿੱਖਿਆ ਲੈਣ ਦੀ ਲੋੜ ਹੈ? ਪੰਜਾਬ ਦੇ ਸਿੱਖਿਆ ਲੈਣ ਦੀ ਤਾਂ ਇਹ ਹੈ ਵੀ ਪਹਿਲਾਂ ਤਾਂ ਤੁਸੀਂ ਜਿਹੜੀ ਐਕਸਾਈਜ਼ ਪਾਲਿਸੀ ਬਣਾਉਣੀ ਹੈ, ਤੁਸੀਂ ਉਹਨੂੰ ਸਮਝੋ ਵੀ ਭਾਈ ਆ ਸ਼ਰਾਬ ਵੀ ਨਸ਼ਾ ਹੁੰਦਾ। ਕਿਉਂਕਿ ਜੇ ਹੁਣ ਆਪਾਂ ਇੱਥੇ ਦੇਖੀਏ, ਆਪਣਾ ਜਿਹੜਾ ਤੁਹਾਨੂੰ ਡਾਟਾ ਦੱਸਿਆ, ਜੇ ਆਪਾਂ ਆਲ ਇੰਡੀਆ ਲੈਵਲ ਵੀ ਲਈਏ ਹੈ ਜੀ, ਜਾਂ ਪੰਜਾਬ ਦੇ ਲੈਵਲ ਤੇ ਲਈਏ, ਤਾਂ 66% ਜਿਹੜੇ ਐਡਿਕਟ ਨੇ ਉਹ ਸ਼ਰਾਬੀ ਨੇ। ਤੇ ਦੂਜੇ ਨੰਬਰ ਤੇ ਤੁਹਾਡੇ ਸਿੰਥੈਟਿਕ ਵਾਲੇ ਆਉਂਦੇ ਨੇ, ਉਹ ਸਿਰਫ 18% ਜੀ। ਤੇ ਤੀਜੇ ਨੰਬਰ ਤੇ 14% ਭੰਗ ਵਾਲੇ ਜੀ, ਹੈ ਜੀ। ਸੋ ਬਾਕੀ ਦੂਸਰੇ ਜਿਹੜੇ ਉਹ ਨੇ 2.8% ਨੇ ਇਨਹੇਲੈਂਟਸ ਤੇ ਉਸਰੇ ਵਾਲੇ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ ਵੀ ਜਦੋਂ ਤੁਸੀਂ 2/3 66% ਦਾ ਮਤਲਬ 2/3 ਬੰਦਿਆਂ ਨੂੰ ਛੱਡਤਾ ਹੈ ਜੀ, ਤੇ ਫਿਰ ਤੁਹਾਡੀ ਪਾਲਿਸੀ ਕਾਹਦੀ ਹੋਈ? ਤੁਸੀਂ 18 ਵਾਸਤੇ ਕਰ ਰਹੇ ਹੋ ਜਾਂ 18% ਵਾਸਤੇ ਕਰ ਰਹੇ ਹੋ ਜੀ, ਤੇ ਤੁਹਾਡੀ ਪਾਲਿਸੀ ਤਾਂ ਸਕਸੈਸਫੁਲ ਨਹੀਂ ਹੋਣੀ। ਸੋ ਇਸ ਕਰਕੇ ਸਿੱਖਣ ਦੀ ਲੋੜ ਇਸ ਸਟੱਡੀ ਤੋਂ ਇਹ ਹੈ ਵੀ ਇਹਨੂੰ ਸਟੱਡੀ ਕਰੋ, ਇਹ ਤੇ ਚਰਚਾ ਕਰੋ, ਤੇ ਉਸ ਹਿਸਾਬ ਨਾਲ ਆਪਣੀ ਪਾਲਿਸੀ ਬਦਲੋ। ਹਾਂਜੀ ਜੀ। ਸੋ ਇਹ ਹੈ। ਸੋ ਸ਼ੁਕਰੀਆ ਪ੍ਰੋਫੈਸਰ ਸਾਹਿਬ, ਤੁਹਾਡਾ ਧੰਨਵਾਦ ਬਹੁਤ ਬਹੁਤ। ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਅਣਮੁੱਲੀ ਕਹਿ ਲਓ ਕਿ ਜਾਣਕਾਰੀ ਦਿੱਤੀ ਹੈ। ਸੋ ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਡਾਕਟਰ ਸਾਹਿਬ ਦੇ ਅੰਕੜਿਆਂ ਮੁਤਾਬਕ ਜਿੱਦਾਂ ਪੰਜਾਬ ਨੂੰ ਕਿੱਥੋਂ ਲਿਜਾ ਕੇ ਕਿੱਥੇ ਖੜਾ ਕੀਤਾ ਗਿਆ ਇਸ ਨਸ਼ੇ ਦੀ ਪਾਲਿਸੀ ਦੇ ਉੱਤੇ, ਕਹਿ ਲਓ ਕਿ ਕਿਵੇਂ ਰਾਜਨੀਤੀ ਖੇਡੀ ਗਈ ਜਾਂ ਕਿਵੇਂ ਪੰਜਾਬ ਨੂੰ ਮੋਹਰੀ ਬਣਾਇਆ ਗਿਆ, ਮੋਹਰੀ ਸੂਬਾ ਬਣਾਇਆ ਗਿਆ। ਹਾਲਾਂਕਿ ਬਾਕੀ ਸੂਬੇ ਦੇਖੇ ਜਾਣ ਤਾਂ ਜੇ ਭਾਰਤ ਦੇਸ਼ ਦੀ ਪੂਰੇ ਦੀ ਸਮੀਖਿਆ ਕੀਤੀ ਜਾਵੇ ਤਾਂ ਬਾਕੀ ਸੂਬੇ ਕਈ ਅਜਿਹੇ ਨੇ ਜਿਹੜੇ ਪੰਜਾਬ ਤੋਂ ਕਿਤੇ ਅੱਗੇ ਨੇ ਇਹਨਾਂ ਨਸ਼ਿਆਂ ਦੀ ਵਰਤੋਂ ਦੇ ਵਿੱਚ। ਪਰ
ਐ ਕਹਿ ਲਓ ਕਿ ਕਾਰਨ ਕੀ ਨੇ ਕਿ ਕੇਵਲ ਤੇ ਕੇਵਲ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਰਿਹਾ ਤੇ ਪੰਜਾਬ ਨੂੰ ਹੀ ਅੱਗੇ ਲਿਆ ਕੇ ਖੜਾ ਕੀਤਾ ਜਾਂਦਾ ਰਿਹਾ ਤੇ ਸਾਡੇ ਰਾਜਨੀਤਿਕ ਜਿਹੜੇ ਲੋਕ ਨੇ ਜਿਹੜੇ ਨਸ਼ੇ ਦੀ ਰਾਜਨੀਤੀ ਖੇਡਦੇ ਨੇ ਉਹਨਾਂ ਦਾ ਕੀ ਮੋਟਿਵ ਸੀ, ਕੀ ਏਮ ਸੀ ਜਾਂ ਮਕਸਦ ਕੀ ਸੀ ਕਿ ਉਹ ਇਸ ਦੀ ਪੈਰਵੀ ਨਹੀਂ ਕਰ ਸਕੇ ਕਿ ਸਾਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ, ਸਾਨੂੰ ਸਾਡੇ ਨੌਜਵਾਨੀ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ। ਸੋ ਅਗਲੇ ਐਪੀਸੋਡ ਦੇ ਵਿੱਚ ਇਸ ਬਾਰੇ ਹੋਰ ਖੁਲਾਸੇ ਕੀਤੇ ਜਾਣਗੇ। ਤੁਸੀਂ ਆਪਣਾ ਵਿਚਾਰ ਜਿਹੜਾ ਹੈ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ। ਪੰਜਾਬੀ ਹੈਰੀਟੇਜ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮੈਨੂੰ ਇਜਾਜ਼ਤ ਦਿਓ। ਧੰਨਵਾਦ।